इस प्रोग्राम ਦੇ ਪ੍ਰਾਯੋਜਕ ਨੇ ਬਿਗ ਬੀ ਇੰਪੋਰਟਸ ਪ੍ਰੀਮੀਅਮ ਕੁਆਲਿਟੀ ਆਰਟੀਫੀਸ਼ੀਅਲ ਟਰਫ ਤੇ ਹਨੀ ਟਰਾਂਸਪੋਰਟ ਕਸਟਮਾਈਜ਼ਡ ਫਰਾਈਟ ਸੋਲੂਸ਼ਨਸ। ਜੋ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਵਿਵਾਦਿਤ ਪੋਸਟਰ ਲਗਾਏ ਗਏ ਸੀ, ਕੰਧਾਂ ਦੇ ਵਿੱਚ ਸਰਿਆਮ ਧਮਕੀ ਦਿੱਤੀ ਗਈ ਸੀ, ਭੱਦੇ ਬੋਲ ਲਿਖੇ ਗਏ ਸੀ, ਉਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ। ਜਿਹੜੀ ਐਸਆਈਟੀ ਟੀਮ ਦੇ ਵੱਲੋਂ ਉਸ ਲਿਖਤ ਦੀ ਜਿਹੜੀ ਜਾਂਚ ਭੇਜੀ ਗਈ ਸੀ ਫੋਰੈਂਸਿਕ ਲੈਬੋਰਟਰੀ ਨੂੰ, ਉਹਦੀ ਰਿਪੋਰਟ ਆ ਗਈ ਹੈ। ਸੀਲਬੰਦ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਹੋ ਚੁੱਕੀ ਆ, ਪਰ ਹੁਣ ਇਹ ਖੁਲਾਸਾ ਹੋਇਆ ਕਿ ਜਿਹੜੀ ਉਹ ਲਿਖਤ ਆ ਡੇਰਾ ਪ੍ਰੇਮੀਆਂ ਦੀ ਹੱਥ ਦੀ ਲਿਖਤ ਦੇ ਨਾਲ ਮੈਚ ਖਾਂਦੀ ਆ। ਬਹੁਤ ਵੱਡਾ ਖੁਲਾਸਾ ਹੋਇਆ। ਕੀ ਲੱਗਦਾ ਤੁਹਾਨੂੰ ਹੁਣ ਹੱਥ ਪਾਏਗੀ ਐਸਆਈਟੀ ਅਸਲ ਮੁਲਜ਼ਮਾਂ ਤੱਕ, ਅਸਲ ਦੋਸ਼ੀਆਂ ਤੱਕ ਗ੍ਰਿਫਤਾਰ ਕਰੇਗੀ ਹੁਣ? ਕਿਉਂਕਿ ਖੁਲਾਸਾ ਬਹੁਤ ਵੱਡਾ ਹੋ ਗਿਆ, ਹੁਣ ਤਾਂ ਸਾਫ਼ ਹੀ ਹੋ ਜਾਣਾ ਫਿਰ ਤਾਂ, ਕਿਉਂਕਿ ਸੀਬੀਆਈ ਤਾਂ ਪਹਿਲਾਂ ਕਲੀਨ ਚਿੱਟ ਦੇ ਚੁੱਕੀ ਸੀ ਡੇਰਾ ਪ੍ਰੇਮੀਆਂ ਨੂੰ, ਪਰ ਹੁਣ ਹੋਰ ਨਿਤ ਨਵਾਂ ਖੁਲਾਸਾ ਹੋ ਰਿਹਾ। ਰਕੇਸ਼ ਟਕੈਤ ਹੋ ਗਿਆ, ਡਾਕਟਰ ਦਰਸ਼ਨਪਾਲ ਹੋ ਗਿਆ, ਹੋਰ ਕਈ ਲੀਡਰਾਂ ਨੇ। ਕੱਲ ਫੇਰ ਕਹਿੰਦੇ ਬੀਜੇਪੀ ਤੇ ਆਰਐਸਐਸ ਨੇ ਜੋ ਉੱਥੇ ਕਤਲਕਾਂਡ ਹੋਇਆ ਸੀ ਬੇਅਦਬੀ ਮਾਮਲੇ ਨਾਲ ਵੀ ਜੋੜਿਆ ਗਿਆ, ਤੇ ਉਸਦੇ ਪਰਿਵਾਰ ਨੂੰ ਲੈ ਕੇ ਕਹਿੰਦੇ ਉੱਥੇ ਜਥੇਬੰਦੀ, ਇੱਕ ਨਵੀਂ ਜਥੇਬੰਦੀ ਪੈਦਾ ਹੋਈ ਹੈ ਕਿ ਉੱਥੇ ਪਹੁੰਚ ਗਈ ਮਾਹੌਲ ਖਰਾਬ ਕਰਨ ਸਿੰਘੂ ਬਾਰਡਰ ਤੇ। ਇਹਨਾਂ ਤੋਂ ਇਹ ਲੱਗਦਾ ਵੀ ਗਵਰਨਮੈਂਟ ਹੁਣ ਬੁਖਲਾ ਚੁੱਕੀ ਆ, ਵੀ ਕਿਸਾਨ ਵੀ ਘਰੋਂ ਬਾਹਰ ਬੈਠੇ ਆ, ਉਹ ਵੀ ਤਾਂ ਜੇਲ੍ਹਾਂ ਵਾਲੀ ਗੱਲ ਆਈ ਆ। ਉਹਨਾਂ ਦਾ ਬੁਰਾ ਜਿਹੜੀ ਸਥਿਤੀ ਆ ਉਹ ਇੰਨੇ ਹੁਮਨ ਤਰੀਕੇ ਦੇ ਨਾਲ, ਅਣਮੁਰੀਕੀ ਤਰੀਕੇ ਦੇ ਨਾਲ ਘਰਾਂ ਤੋਂ ਬਾਹਰ ਬੈਠੇ ਆ। ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਨਿਹੰਗਾਂ ਨੂੰ ਜੋ ਹੋਰ ਕਿਸੇ ਨੂੰ ਅੱਗੇ ਪਿੱਛੇ ਕਰਨ ਦੀ, ਆਪਸ ਵਿੱਚ ਹੀ ਲੜਾਉਣ ਦੀ। ਹੁਣ ਇਹ ਬਾਰ-ਬਾਰ ਉੱਥੇ ਅਟੈਕ ਕਰਨਗੇ, ਡਰਾਉਣਗੇ। ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਉਹ ਕਿਸਾਨੀ ਅੰਦੋਲਨ ਨੂੰ ਤੋੜਨ ਲਈ ਹੋ ਰਹੀਆਂ ਨੇ। ਉਹਨਾਂ ਦਾ ਬਿਆਨ ਤੁਹਾਨੂੰ ਮੈਂ ਦੱਸ ਦਿੰਦਾ। ਉਹ ਕਹਿੰਦੇ ਵੀ ਜ਼ਿਆਦਾਤਰ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ, ਉਹ ਨਹੀਂ ਚਾਹੁੰਦੀਆਂ ਵੀ ਕਾਨੂੰਨ ਰੱਦ ਹੋਣ, ਵਧੀਆ ਨੇ ਵੀ, ਚੰਗੇ ਨੇ ਉਹ। ਇਹਨਾਂ ਦਾ ਬਿਆਨ ਇਹ ਸੀ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਅੰਦੋਲਨ ਹੈ ਦਾ ਵੀ ਥੋੜੇ ਕੁ ਦਿਨਾਂ ਦੀ ਖੇਡ ਆ, ਖਤਮ ਹੋ ਜਾਊਗਾ ਅੰਦੋਲਨ। ਉਧਰ ਝੋਨੇ ਦਾ ਸੀਜ਼ਨ ਹੋਵੇ, ਉਧਰ ਜਿਹੜੀ ਕੁਦਰਤੀ ਆਫਤਾਂ ਆ ਪਈਆਂ ਹੋਣ, ਤੇ ਤੁਸੀਂ ਵੱਖ-ਵੱਖ ਜਿਹੜੇ ਉਹਨਾਂ ਦੇ ਜਿੱਦਾਂ ਸਿੰਘੂ ਬਾਰਡਰ ਜਾਂ ਹੋਰ ਕਿਤੇ ਵੱਖਰੇ ਤਰੀਕੇ ਨਾਲ ਅਟੈਕ ਕਰੋ, ਆਪਣੀਆਂ ਜ਼ਿਆਦਤੀਆਂ ਜਿਹੜੀਆਂ ਜ਼ੁਲਮ ਕੀਤੇ ਹੋਏ ਆ ਉਹ ਲਖੀਮਪੁਰ ਵਾਲੇ, ਉਹਨੂੰ ਲੁਕਾਉਣ ਦੀ ਖਾਤਰ, ਤਾਂ ਇਦਾਂ ਦੇ ਬਿਆਨ ਦਿਵਾਉਣੇ ਉਹਨਾਂ ਲਈ ਬਹੁਤ ਈਜ਼ੀ ਹੁੰਦਾ ਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਵੀ ਜਲਦ ਪਾਰਟੀ ਦਾ ਐਲਾਨ ਕਰਾਂਗੇ, ਪਰ ਹਜੇ ਸਮਾਂ ਨਹੀਂ ਆਇਆ, ਹਜੇ ਤਾਂ ਨਾਮ ਵੀ ਜਿਹੜਾ ਉਹਨਾਂ ਦਾ ਤੈਅ ਨਹੀਂ ਹੋਇਆ ਪਾਰਟੀ ਦਾ। ਉਹ ਕਹਿੰਦਾ ਮੈਂ ਪੰਜਾਬ ਲਈ ਲੜਾਂਗਾ, ਮੈਨੂੰ ਬਦਨਾਮ ਕੀਤਾ ਗਿਆ। ਤੁਹਾਡੇ ਘਰ ਅੰਦਰ ਤੁਸੀਂ ਬਿਠਾਲ ਕੇ ਰੱਖਿਓ ਆ, ਉੱਥੇ ਦੀ ਇੱਕ ਪੱਤਰਕਾਰ ਜਿਹੜੀ ਲੇਡੀ ਆ, ਚਲੋ ਬਾਕੀਆਂ ਨੂੰ ਵੀ ਜਾਂ ਤਾਂ ਉਦਾਂ ਦਾ ਹੋਵੇ, ਉਹ ਸਾਰੇ ਪੰਜਾਬ ਨੂੰ ਚਲਾ ਰਹੀ ਹੋਵੇ, 4.5 ਸਾਲ ਤੱਕ ਤੁਸੀਂ ਬਾਹਰ ਕਿਸੇ ਨੂੰ ਮਿਲ ਨਾ ਜਾਵੋ ਲੋਕਡਾਊਨ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਅਸੀਂ ਇੱਕ ਵਾਰ ਫਿਰ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਮੁੱਦਿਆਂ ਬਾਰੇ ਵੀ ਚਰਚਾ ਹੋਵੇਗੀ। ਨਾਲ ਦੀ ਨਾਲ ਜੋ ਪੰਜਾਬ ਦੇ ਨਾਲ ਜੁੜੇ ਹੋਏ ਨੇ, ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਨੇ, ਭਾਰਤ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ, ਉਹਨਾਂ ਦੇ ਬਾਰੇ ਵੀ ਅਸੀਂ ਖੁੱਲ੍ਹ ਕੇ ਚਰਚਾ ਕਰਾਂਗੇ। ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰਾ ਕੀ ਕਰ ਰਿਹਾ, ਉੱਥੇ ਕਿਹੜੇ ਮੁੱਦੇ ਉੱਥੇ ਚੱਲ ਰਹੇ ਨੇ, ਕਿਸਾਨੀ ਅੰਦੋਲਨ ਬਾਰੇ ਉਹਨਾਂ ਨੇ ਕਿਹੜੇ ਫੈਸਲੇ ਲਏ ਨੇ। ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਆਸਟ੍ਰੇਲੀਆ ਤੋਂ ਸਿੱਧਾ ਲਾਈਵ ਜੁੜ ਚੁੱਕੇ ਨੇ ਕਰਨੈਲ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ। ਕਰਨੈਲ ਜੀ, ਬਹੁਤ ਬਹੁਤ ਸਵਾਗਤ ਹੈ ਗਲੋਬਲ ਪੰਜਾਬ ਟੀਵੀ ਤੇ। ਗੁਰੂ ਜੀ ਕੀ ਫਤਿਹ ਸਾਰਿਆਂ ਨੂੰ, ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ ਜੀ। ਕਰਨੈਲ ਜੀ, ਪਹਿਲਾਂ ਆਪਾਂ ਕਰੋਨਾ ਮਹਾਮਾਰੀ ਦੀ ਗੱਲ ਕਰ ਲੈਂਦੇ ਹਾਂ। ਕਿਸ ਤਰ੍ਹਾਂ ਦੀਆਂ ਹਦਾਇਤਾਂ ਨੇ ਸਰਕਾਰ ਦੇ ਵੱਲੋਂ? ਹੁਣ ਲੋਕਡਾਊਨ ਕਿੱਥੇ ਖਤਮ ਹੋਇਆ? ਜਿੱਥੇ ਲੋਕਡਾਊਨ ਖਤਮ ਹੋਇਆ, ਜਿੱਥੇ ਗੁਰੂ ਘਰ ਬਣੇ ਹੋਏ ਨੇ, ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਉਹਨਾਂ ਦੇ ਲਈ ਕੀ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ? ਹਾਂਜੀ, ਇਹ ਬਹੁਤ ਗੁੱਡ ਟਾਈਮ ਤੇ ਕੁਐਸਚਨ ਹੈ ਤੁਹਾਡਾ। ਲੋਕਡਾਊਨ ਖਤਮ ਹੋ ਗਿਆ, ਜਿੱਦਾਂ ਮੈਲਬਨ ਦੇ ਵਿੱਚ ਵੀ ਖਤਮ ਹੋ ਗਿਆ। ਉਹਦੇ ਹਾਲੇ ਵੀ ਜਿਹੜੀਆਂ ਲਿਮਿਟੇਸ਼ਨ ਹੈਗੀਆਂ ਆ ਰਿਲੀਜੀਅਸ ਪਲੇਸਿਸ ਦੇ ਵਿੱਚ, ਜਾਂ ਜਿੱਥੇ ਰਸ਼ ਵਾਲੀਆਂ ਜਗ੍ਹਾ ਆ, ਹੋਰ ਵੀ ਆ, ਡਿਸਟੈਂਸ ਉਹੀ ਰੱਖਣਾ ਪੈਣਾ ਆ। ਇਹ ਸਮਝ ਲਓ ਵੀ ਕਰੋਨਾ ਹਾਲੇ ਵੀ ਤੁਹਾਡੇ ਵਿੱਚ ਘੁੰਮਦਾ ਪਿਆ ਆ, ਇਹ ਬਿਮਾਰੀ ਕਿਤੇ ਗਈ ਨਹੀਂ ਹੈਗੀ। ਪਰ ਗੁਰਦੁਆਰਿਆਂ ਦੇ ਵੱਲੋਂ, ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਤੇ ਸਾਡੇ ਗੁਰਦੁਆਰੇ ਦੇ ਮੈਨੇਜਰ ਸਾਹਿਬ, ਉਹਨਾਂ ਵੱਲੋਂ ਚੇਚੇ ਤੌਰ ਤੇ ਸੁਨੇਹਾ ਸੀ, ਤੇ ਮੰਦਿਰ ਵਾਲਿਆਂ ਵੱਲੋਂ ਵੀ ਇਹ ਸੁਨੇਹਾ ਸੀਗਾ ਵੀ ਦੀਵਾਲੀ ਆ ਰਹੀ ਆ 4 ਨਵੰਬਰ ਨੂੰ ਸ਼ਾਇਦ, ਤੇ ਉਹਦੇ ਕਰਕੇ ਆਪਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਵੀ ਸਾਡੇ ਇੱਥੇ ਦੀਵਾਲੀ ਨੂੰ ਬਾਹਰ ਬਹੁਤ ਸਾਰੇ ਕੰਟਰੀਆਂ ਦੇ ਬੰਦੇ, ਮਲਟੀਕਲਚਰਲ ਹੈਗਾ ਆ, ਫਿਜੀ ਦੇ, ਕੀਨੀਆ ਦੇ, ਹੋਰ ਸਾਰੇ ਲੋਕੀ ਆਉਂਦੇ ਆ। ਤੇ ਉਹਦੇ ਸੰਬੰਧ ਦੇ ਵਿੱਚ ਕਈ ਵਾਰੀ ਤਾਂ ਏਦਾਂ ਹੁੰਦੀ ਆ ਵੀ 10-10 ਲਾਈਨਾਂ ਲਗਾਤਾਰ ਸਾਰਾ ਦਿਨ ਚੱਲਦੀਆਂ, ਖਾਸ ਕਰਕੇ ਸਿਡਨੀ ਤੇ ਮੈਲਬਨ ਦੇ ਵਿੱਚ। ਹਾਂਜੀ, ਤੇ ਉਹਦੇ ਪਾਰਕਿੰਗ ਨਹੀਂ ਮਿਲਦੀ, ਤੇ ਉਹਨਾਂ ਨੂੰ ਬੇਨਤੀ ਸੀ ਸਾਰਿਆਂ ਨੂੰ ਵੀ ਇਹ ਹੁਣ ਕਰੋਨਾ ਦਾ ਸਮਾਂ ਆ, ਜਿੱਦਾਂ ਗੱਲ ਹੁੰਦੀ ਸੀ ਵੀ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਲੰਗਰ ਚੱਲ ਪਏ ਆ,
ਪਰ ਲੰਗਰ, ਹਾਂਜੀ ਲੰਗਰ ਚੱਲ ਪਿਆ ਭਾਜੀ, ਤੇ ਉਹਦੇ ਵਿੱਚ ਇਹ ਹੋਊਗਾ ਵੀ ਅੰਦਰ ਬੈਠਣ ਦੀ 150 ਬੰਦੇ ਦੀ ਕੈਪੈਸਿਟੀ ਹੁੰਦੀ ਆ, ਪਰ ਜੀ ਆਓ ਤੇ ਮੱਥਾ ਟੇਕ ਕੇ ਜਾਈਓ। ਵੈਸੇ ਅੱਗੇ ਵੀ ਦੇ ਹੁੰਦਾ, ਪਰ ਡਿਸਟੈਂਸ ਜ਼ਰੂਰ ਰੱਖਿਓ, ਆਪਣੇ ਸੈਨੀਟਾਈਜ਼ਰ ਸਾਰਾ ਉਦਾਂ ਹੀ ਸਾਰਾ ਸਿਸਟਮ ਉਦਾਂ ਹੀ ਰੱਖਣਾ ਪੈਣਾ। ਇੱਕ ਬੇਨਤੀ ਜਿਹੜੀ ਆਪਾਂ ਕਰਨੀ ਚਾਹੁੰਦੇ ਹਾਂ ਸਾਰਿਆਂ ਨੂੰ, ਥੋੜਾ ਜਿਹਾ ਉਸ ਟਾਈਮ ਤੋਂ ਅਗਾਂਹ ਆ ਜਾਓ ਤੇ ਬਾਅਦ ਵਿੱਚ ਆ ਜਾਓ। ਉਸ ਦਿਨ ਵੀ ਮਨਾਇਆ ਜਾਊਗਾ ਤਿਉਹਾਰ ਇਹ ਸਾਰਾ, ਬੰਦੀ ਛੋੜ ਵੀ, ਤੇ ਇਦਾਂ ਹੀ ਉਹ ਫਰਾਈਡੇ ਨੂੰ ਅਖੰਡ ਪਾਠ ਸਾਹਿਬ ਰੱਖ ਕੇ ਸੰਡੇ ਨੂੰ ਵੀਕਐਂਡ ਤੇ ਵੀ ਮਨਾਏ ਜਾਂਦੇ, ਜਿੱਥੇ ਸਾਰੇ ਗੁਰੂ ਘਰਾਂ ਦੇ ਵਿੱਚ ਪਾਠ ਦੇ ਵਿੱਚ ਪੂਰੀ ਖੋਲਿਆ, ਜਿੱਥੇ ਲਾਕਡਾਊਨ ਨਹੀਂ ਹੈਗੇ ਸੀਗੇ ਲੱਗੇ, ਉਹ ਕਹਿੰਦੇ ਜਿੰਨੇ ਮਰਜ਼ੀ ਆਵੋ। ਸੋ ਜੀ ਇਦਾਂ ਸਾਰੇ ਆਸਟ੍ਰੇਲੀਆ ਦੀਆਂ ਸਟੇਟਾਂ ਵੱਲੋਂ ਸਾਡੀ ਇਹ ਬੇਨਤੀ ਸੀ, ਮੰਦਰਾਂ ਦੀ, ਗੁਰਦੁਆਰਿਆਂ ਦੀ। ਆਪਣਾ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਗਲੋਬਲ ਪੰਜਾਬ ਵੱਲੋਂ ਵੀ ਵਧਾਈਆਂ ਜੀ। ਜੀ ਕਰਨੈਲ ਜੀ, ਤੁਸੀਂ ਦੀਵਾਲੀ ਦੀ ਗੱਲ ਕੀਤੀ ਆ, ਬੰਦੀ ਛੋੜ ਦਿਵਸ ਵੀ ਆ ਰਿਹਾ, ਉਸੇ ਦੌਰਾਨ ਕੋਈ ਪਟਾਕੇ ਵੀ ਚੱਲਦੇ ਨੇ ਬਾਹਰ ਆਸਟ੍ਰੇਲੀਆ ਦੇ ਵਿੱਚ? ਕਿਉਂਕਿ ਇੰਡੀਆ ਦੇ ਵਿੱਚ ਤਾਂ ਲੋਕ ਦੀਵਾਲੀ ਦੇ ਚਾਅ ਦੇ ਵਿੱਚ ਹਜ਼ਾਰਾਂ ਰੁਪਇਆ ਬਰਬਾਦ ਕਰ ਦਿੰਦੇ ਨੇ ਪਟਾਕਿਆਂ ਤੇ। ਇੱਥੇ ਕੋਈ ਪਾਬੰਦੀ ਹੁੰਦੀ ਹੈ? ਇੱਥੇ ਕੋਈ ਰੂਲ ਹੁੰਦਾ? ਇੱਥੇ ਕੋਈ ਜੁਰਮਾਨਾ ਲੱਗਦਾ ਜੇਕਰ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਕੋਈ ਕਾਨੂੰਨ ਟੁੱਟਦਾ ਹੈ? ਹਾਂਜੀ ਦੇਖੋ, ਇਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੇਫਟੀ ਹੁੰਦੀ। ਜਦੋਂ ਤੁਸੀਂ 에ਅਰਪੋਰਟ ਤੇ ਉਤਰਦੇ ਹੀ ਆ, ਜ਼ੀਰੋ ਟੋਲਰੈਂਸ, ਸੇਫਟੀ ਫਸਟ। ਉਹਦੇ ਵਿੱਚ ਫਾਇਰ ਜਿਹੜੀ ਸਭ ਤੋਂ ਪਹਿਲਾਂ ਆ ਜਾਂਦੀ ਆ, ਜਿਹਦੇ ਨਾਲ ਜ਼ਿਆਦਾ ਨੁਕਸਾਨ ਹੁੰਦੇ ਆ। ਇਹ ਹੁਣ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਆ, ਉਹ ਤਾਂ ਹੁਣ ਇੱਕ ਬਹੁਤ ਵੱਡੀ ਦੁਨੀਆ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਕਲਾਈਮੇਟ ਨੂੰ ਇਹ ਖਰਾਬ ਕਰਦੇ। ਪਰ ਇੱਥੇ ਪਟਾਕੇ ਇਦਾਂ ਦੇ ਹੁੰਦੇ ਆ ਕਿ ਜਿਹੜਾ ਫੇਰ ਵੀ ਘੱਟ ਆ, ਉਹਦਾ ਨੁਕਸਾਨ ਘੱਟ ਹੁੰਦਾ ਸੇਫਟੀ ਵੱਲੋਂ, ਪਰ ਫੇਰ ਵੀ ਪਰਮਿਸ਼ਨ ਲੈਣੀ ਪੈਂਦੀ ਆ। ਕੋਈ ਵੀ ਬਿਨਾਂ ਪਰਮਿਸ਼ਨ ਤੋਂ ਕਿਤੇ ਵੀ ਅੱਗ ਬਾਲਣ ਦੀ ਕੋਸ਼ਿਸ਼ ਨਾ ਕਰੇ। ਜਦੋਂ ਪਰਮਿਸ਼ਨ ਜਿਹੜੇ ਏਰੀਆ 'ਚ ਹੁੰਦੀ ਆ ਪਟਾਕਿਆਂ ਦੀ, ਉਹ ਹੀ ਕਰ ਸਕਦਾ ਆ। ਪਰ ਕੌਂਸਲਾਂ ਨੂੰ, ਲੋਕਲ ਗੌਰਮੈਂਟਾਂ ਨੂੰ ਪਤਾ ਆ, ਉਹਨਾਂ ਨੇ ਇੱਥੋਂ ਤੱਕ ਦੇ ਪ੍ਰੋਗਰਾਮ ਦਿੱਤੇ ਹੋਏ ਇੰਡੀਅਨਾਂ ਵਾਸਤੇ, ਪੰਜਾਬੀਆਂ ਵਾਸਤੇ, ਸਾਰਿਆਂ ਲਈ, ਵੀ ਜਿਹਦੇ ਘਰ ਦੀ ਵੱਧ ਤੋਂ ਵੱਧ ਵਧੀਆ ਡੈਕੋਰੇਸ਼ਨ ਹੋਊਗੀ, ਸੇਫਟੀ ਨੂੰ ਦੇਖਦਿਆਂ ਨਹੀਂ ਕਿਹਾ, ਡੈਕੋਰੇਸ਼ਨ ਹੋਊਗੀ, ਉਹਨੂੰ ਫਸਟ, ਸੈਕੰਡ, ਥਰਡ ਇਨਾਮ ਵੀ ਦਿੱਤੇ ਜਾਣਗੇ। ਸੋ ਇਦਾਂ ਹੀ ਗੁਰਦੁਆਰੇ ਦੇ ਵਿੱਚ ਪਰਮਿਸ਼ਨ ਲੈ ਕੇ ਫਾਇਰ ਵਰਕਸ ਹੁੰਦਾ ਆ, ਪਰ ਹਾਲੇ ਤੱਕ ਉਹਦੀ ਪਰਮਿਸ਼ਨ ਆਈ ਨਹੀਂ ਹੈਗੀ, ਇਸ ਕਰਕੇ ਉਹ ਕਦੀ ਹੁੰਦਾ ਜੀ। ਹਾਂਜੀ ਜੀ ਕਰਨਾਲ ਜੀ, ਇੱਕ ਇੰਗਲੈਂਡ ਦੇ ਵਿੱਚ ਇੱਕ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਦੇ ਵਿੱਚ 200 ਤੋਂ ਵੱਧ ਵੀ ਹੋ ਸਕਦੇ ਨੇ ਜਿਹੜੇ ਮੁਲਕਾਂ ਦੇ ਨੁਮਾਇੰਦੇ ਨੇ, ਜਿਹੜੇ ਉੱਥੇ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ। ਕਿਹੜੇ ਮੁੱਦੇ ਤੇ ਚਰਚਾ ਹੋਵੇਗੀ ਤੇ ਉਹਦੇ ਵਿੱਚ ਪੱਤਰਕਾਰ ਵੀ ਹੋਏਗਾ, ਹੋਰ ਵੀ ਕਈ ਵਰਗਾਂ ਦੇ ਜਿਹੜੇ ਲੋਕ ਉੱਥੇ ਪਹੁੰਚਣਗੇ? ਹਾਂਜੀ, ਇਹ ਇੱਕ ਬਹੁਤ ਹੀ ਵੱਡਾ, ਜਿੱਦਾਂ ਮੈਂ ਕਹਿ ਦਿਆਂ ਵੀ ਸਾਡੇ ਪੀਰਾਂ ਪੈਗੰਬਰਾਂ ਗੁਰੂ ਨਾਨਕ ਦੇਵ ਜੀ ਦੀ ਫਿਲੋਸੋਫੀ ਨਾਲ ਮਿਲਦੀ ਗੱਲ ਸੀਗੀ। ਪਾਉਣ ਨੂੰ, ਹਵਾ ਨੂੰ ਖਰਾਬ ਕਰਨ ਵਾਲੀ ਗੱਲ ਸੀ। ਕਲਾਈਮੇਟ ਨੂੰ ਮਨੁੱਖ ਨੇ, ਸਾਇੰਸ ਨੇ ਥੋੜ੍ਹੀਆਂ ਆਪਣੀਆਂ ਗਲਤੀਆਂ ਕਰਦਿਆਂ ਪੋਲੂਸ਼ਨ ਇੰਨਾ ਵਧਾ ਲਿਆ, ਪਲਾਸਟਿਕਾਂ ਸਾਰਾ ਕੁਝ, ਹੋਰ ਵੀ ਜਿਹੜਾ ਜਿੱਦਾਂ ਹੁਣ ਪੈਟਰੋਲ ਵਾਲੀਆਂ ਗੱਡੀਆਂ ਹੋ ਗਈਆਂ, ਜਾਂ ਕੋਲ ਵਾਲਾ ਤਾਂ ਬਿਲਕੁਲ ਹੀ ਬੰਦ ਹੋਣਾ। ਉਹਦਾ ਨਾਂ ਉਹ ਜਾ ਰਿਹਾ ਜੀ, ਪਹਿਲਾਂ 2015 'ਚ ਹੋਈ ਸੀਗੀ, 5 ਸਾਲਾਂ ਬਾਅਦ ਫੇਰ ਹੁੰਦੀ ਆ। ਉਹ ਕਰੋਨਾ ਕਰਕੇ ਡਿਊ ਸੀਗੀ, ਪਰ 1 ਸਾਲ ਅੱਗੇ ਹੋ ਗਈ। ਉਹ ਗਲਾਸਗੋ ਕਲਾਈਮੇਟ ਕਾਨਫਰੰਸ ਉਹਨੂੰ ਕਹਿੰਦੇ ਆ, ਜਿਹੜੀ ਕਿ ਇਟਲੀ ਤੇ ਇੰਗਲੈਂਡ ਨੇ ਰਲ ਕੇ ਕਰਾਉਣੀ ਆ, ਤੇ UNO ਦੇ ਅੰਡਰ ਹੁੰਦੀ ਆ। ਉਹਦੇ ਵਿੱਚ ਇਹ ਵੀ ਵਾਲੀ ਗੱਲ ਆ, ਬੜੀ ਸੰਬੰਧਤ ਹੁਣ ਮਿਲਦੀ ਗੱਲ, ਜਿਹੜਾ ਤੁਸੀਂ ਕੁਐਸਚਨ ਕਰਕੇ ਹਟੇ ਦੀਵਾਲੀ ਦਾ ਵੀ, ਪਟਾਕਿਆਂ ਦਾ ਬਰੂਦ, ਰਬੜ ਦੀਆਂ ਅੱਗਾਂ, ਜਾਂ ਜਿਹੜੇ ਭੱਠਿਆਂ ਦੇ ਵਿੱਚੋਂ ਨਿਕਲਦੀ ਅੱਗ, ਜਾਂ ਜਿਹੜੀ ਕੋਲ ਦੀਆਂ ਗੱਡੀਆਂ ਜਾਂ ਕੋਲ ਦੀਆਂ ਜਿਹੜੀਆਂ ਮਿੱਲਾਂ ਚੱਲਦੀਆਂ, ਇਹ ਟੋਟਲੀ ਇੱਧਰ ਬੰਦ ਹੋਣ ਜਾ ਰਹੀਆਂ ਆ। ਇਹਨਾਂ ਦਾ ਟਾਰਗੇਟ ਹੈਗਾ ਜੀ 2030 ਤੱਕ ਦਾ, ਤੇ ਉਹ ਤੋਂ 2050 ਤੱਕ ਦਾ ਟੋਟਲੀ ਕਾਰਾਂ ਵੀ, 2030 ਤੱਕ ਤਾਂ ਕਾਰਾਂ ਵੀ ਇਲੈਕਟ੍ਰਿਕ ਆ ਜਾਣਗੀਆਂ। ਉਹਦੇ ਵਿੱਚ ਬੜੇ ਤੁਹਾਡੇ ਜਿਹੜੇ ਜੀਵਨ ਨੂੰ ਸੰਬੰਧਿਤ, ਰੂਟੀਨ ਜਿਹੜੀ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੇਂਜਸ ਹੋ ਰਹੀਆਂ। ਗੱਡੀਆਂ ਪੈਟਰੋਲ ਵਾਲੀਆਂ ਨਹੀਂ ਇਨ ਦਾ ਫਿਊਚਰ ਮਿਲੂਗੀਆਂ, ਏਦਾਂ ਹੀ ਡੀਜ਼ਲ ਵੀ ਨਹੀਂ ਮਿਲੂਗੀਆਂ। ਜਿਹੜੀ ਚੀਜ਼ ਪੋਲੂਸ਼ਨ ਨੂੰ ਖਰਾਬ ਕਰਦੀ ਆ, ਪੋਲੂਸ਼ਨ ਨੂੰ, ਉਹ ਟੋਟਲੀ ਐਮਿਸ਼ਨ ਜਿਹੜਾ ਖਰਾਬ ਕਰਦੀ, ਉਹ ਛੇਤੀ ਬੰਦ ਕਰਨ ਦਾ ਦੁਨੀਆ ਆਪਣੇ ਆਪ ਨੂੰ ਖਤਮ ਕਰਨ ਜਾ ਰਹੀ ਆ। ਜਿੱਦਾਂ ਸਮੋਕਿੰਗ ਹੋ ਗਈ, ਸਾਰਾ ਕੁਝ ਹੋ ਗਿਆ। ਉਹਦੇ ਨਾਲ ਹੀ ਸੰਬੰਧਿਤ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਗੱਲ, ਵੀ ਸਾਡੇ ਪੰਜਾਬ ਦੇ ਜਾਂ ਸਰਕਾਰਾਂ ਨੂੰ, ਸਾਡੀਆਂ ਉੱਥੇ ਦੀਆਂ ਸਰਕਾਰਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ, ਜਦ ਕਿ ਜਾਣਕਾਰੀ ਸਾਰਿਆਂ ਨੂੰ ਦਿੱਤੀ ਜਾਂਦੀ ਆ ਵੀ $1 ਬਿਲੀਅਨ ਹਰੇਕ ਗਰੀਬ ਦੇਸ਼ ਨੂੰ ਮਿਲਦਾ ਆ UNO ਵੱਲੋਂ ਵੀ, ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ। ਕਿਉਂਕਿ ਜੇ ਉਹਨਾਂ ਨੇ ਵੀ ਨਾ ਕੰਟਰੋਲ ਕੀਤਾ ਤਾਂ ਪੋਲੂਸ਼ਨ ਦਾ ਅਸਰ ਤਾਂ, ਆਕਸੀਜਨ ਦਾ ਤਾਂ ਸਾਰੇ ਕਿਤੇ ਧਰਤੀ ਦੇ ਆਉਣਾ ਨਾ। ਸਗਲੀ ਧਰਤੀ ਜਿਹੜੀ, ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿੱਦਾਂ ਕਿਹਾ ਵੀ ਇੱਕੋ ਹੀ ਆ, ਕੋਈ ਵੰਡੀਆਂ ਤਾਂ ਹੈ ਨਹੀਂ ਗਿਆ। ਪੋਲੂਸ਼ਨ ਜਦੋਂ ਹੁੰਦਾ, ਹੁਣ ਇਹਦੇ ਨਾਲ ਸੰਬੰਧਿਤ ਦੇਖਣਾ ਚਾਹੀਦਾ ਕਿ ਦੀਵਾਲੀ ਤੇ ਪਟਾਕੇ ਵਗੈਰਾ ਨਹੀਂ ਚਲਾਉਣੇ ਚਾਹੀਦੇ ਏਦਾਂ ਦੇ, ਜਿਹਦੇ ਨਾਲ ਕਿ ਪੋਲੂਸ਼ਨ ਇੰਨਾ ਹੁੰਦਾ ਆ। ਪਲੱਸ ਜਿਹੜੀਆਂ ਆਪਾਂ ਕਹਿੰਦੇ ਆ ਵੀ ਜਿਹੜੀਆਂ ਮਿੱਲਾਂ ਆ ਜਾਂ ਕੋਲ ਵਾਲੇ ਕੰਮ ਬੰਦ ਹੋਣੇ ਚਾਹੀਦੇ ਆ। ਮੈਨੂੰ ਹੈਰਾਨੀ ਹੁੰਦੀ ਆ, ਜਿਹੜੇ ਕੋਲ ਨਾਲ ਚੱਲਣ ਵਾਲੇ ਥਰਮਲ ਪਲਾਂਟ ਆ, ਉਹਦੀ ਜਗ੍ਹਾ ਉੱਥੇ ਉਹ ਬੇਨਤੀ ਕਰਨਗੇ ਸਾਰਿਆਂ ਨੂੰ
ਸੋਲਰ ਸਿਸਟਮ ਨਾਲ ਜਿਹੜੀ ਬਿਜਲੀ ਆ, ਸੋਲਰ ਸਿਸਟਮ ਨਾਲ ਮੋਟਰਾਂ ਚੱਲਣੀਆਂ, ਉਹਨਾਂ ਵੱਲ ਧਿਆਨ ਦਿੱਤਾ ਜਾਊਗਾ। ਹੋਰ ਸਾਰੀਆਂ ਜਿੰਨੀਆਂ ਵੀ ਲੋੜੀਂਦੀਆਂ ਉੱਥੇ ਮੀਟਿੰਗਾਂ ਹੋਈਆਂ 30 ਤੋਂ ਲੈ ਕੇ 12 ਤੱਕ ਇਹ ਚੱਲਣਾ ਹੈ ਜੀ, 12 ਨਵੰਬਰ ਤੱਕ। ਜੀ ਉਹਦੇ ਵਿੱਚ 25,000 ਤੋਂ ਵੱਧ ਬੰਦੇ ਆਉਣ ਦੀ ਆਸ ਆ, ਬਿਜ਼ਨਸ ਵਾਲੇ ਵੀ, ਜਰਨਲਿਸਟ ਵੀ, ਆਮ ਬੰਦੇ, ਪ੍ਰੋਟੈਸਟ ਵਾਲੇ ਵੀ। ਇਹਨੂੰ ਇਮੀਡੀਏਟ ਐਕਸ਼ਨ ਕੀਤਾ ਜਾਵੇ, ਕਿਉਂਕਿ ਸਾਰੇ ਕਿਤੇ ਗਲੋਬਲ ਵਾਰਮਿੰਗ ਹੋਣ ਕਰਕੇ 2 ਡਿਗਰੀ ਵੱਧ ਹੋਣ, ਕਿਤੇ ਕਿਤੇ ਗਲੇ ਪੈ ਜਾਂਦੇ ਆ, ਬੇਮੌਸਮੀ ਝੋਨਾ ਖਰਾਬ ਹੋ ਜਾਂਦਾ। ਇਹ ਜਿਹੜੀਆਂ ਪ੍ਰੋਬਲਮਾਂ ਫੇਸ ਹੁੰਦੀਆਂ, ਇਹ ਦੁਨੀਆ ਸੋਚਣ ਜਾ ਰਹੀ ਹੈ। ਕਰਨੈਲ ਜੀ, ਇਸ ਤੋਂ ਇਲਾਵਾ ਜੋ ਸਿੰਘੂ ਬਾਰਡਰ ਤੇ ਨਿਹੰਗ ਸਿੰਘ ਜਥੇਬੰਦੀਆਂ ਡਟੀਆਂ ਬੈਠੀਆਂ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਮੋਰਚਾ ਲਗਾਇਆ ਹੋਇਆ ਉੱਥੇ, ਉਹਦੇ ਬਾਰੇ ਵੀ ਕੋਈ ਉੱਥੇ ਸਿੱਖ ਭਾਈਚਾਰੇ ਨੇ ਫੈਸਲਾ ਲਿਆ, ਕੋਈ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਉਹਨਾਂ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਜੇਕਰ ਸੰਗਤ ਉਹਨਾਂ ਨੂੰ ਕਹੇਗੀ ਤਾਂ ਉਹ ਸਿੰਘੂ ਮੋਰਚੇ ਨੂੰ ਛੱਡ ਕੇ ਵਾਪਸ ਚਲੇ ਜਾਣਗੇ, ਪਰ ਫੈਸਲਾ ਤਾਂ ਉਹਨਾਂ ਨੇ ਹਾਲਾਂਕਿ ਕਰ ਲਿਆ ਕਿ ਉਹ ਮੋਰਚੇ ਦੇ ਵਿੱਚ ਹੀ ਰਹਿਣਗੇ। ਉੱਥੇ ਦੀਆਂ ਜਥੇਬੰਦੀਆਂ ਦੇ ਵੱਲੋਂ ਕੀ ਫੈਸਲਾ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ? ਸੇਮ ਹੀ ਜਿੱਦਾਂ ਕਿ ਅਮਰੀਕਾ ਦੀ ਨਿਊਜ਼ ਵੀ ਸਾਡੇ ਕੋਲ ਆਈ ਸੀ ਵੀ ਉੱਥੇ ਦੇ ਸਾਰੇ ਮੈਜੋਰਿਟੀ ਆਫ ਗੁਰਦੁਆਰਿਆਂ ਨੇ ਇਹ ਕਿਹਾ ਕਿ ਜਿਹੜੀਆਂ ਨਿਹੰਗ ਜਥੇਬੰਦੀਆਂ, ਜਾਂ ਕਹਿ ਲਓ ਅਸੀਂ ਇੱਥੇ ਹੋਰ ਥੋੜਾ ਜਿਹਾ ਉੱਪਰ ਸੋਚਣ ਦੀ ਗੱਲ ਇਹ ਵੀ ਆ ਵੀ ਜਿਹੜਾ ਵੀ ਕੋਈ ਜਿੱਦਾਂ ਮਿਸਲਾਂ ਹੁੰਦੀਆਂ ਸੀ ਸਿੱਖ ਰਾਜ ਤੋਂ ਪਹਿਲਾਂ, ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਜਮਾਤਾਂ, ਮਜ਼ਦੂਰ, ਕਿਸਾਨ ਆਰਗੇਨਾਈਜੇਸ਼ਨਾਂ, ਕਿਸਾਨਾਂ ਦੇ ਆਰਗੇਨਾਈਜੇਸ਼ਨ, ਸਾਰਿਆਂ ਦਾ ਇਹਦੇ ਵਿੱਚ ਆਪਣਾ ਆਪਣਾ ਬੜਮੁੱਲਾ ਯੋਗਦਾਨ ਹੈਗਾ। ਕਿਸਾਨਾਂ ਦਾ ਤਾਂ ਖਾਸ ਕਰਕੇ ਨਿਹੰਗ ਸਿੰਘਾਂ ਦਾ, ਕਿਸਾਨਾਂ ਦਾ ਇਹ ਤਾਂ ਬਹੁਤ ਹੀ ਜ਼ਿਆਦਾ ਹੈਗਾ, ਕਿਉਂਕਿ ਲੰਗਰਾਂ ਦੀ ਸੇਵਾ ਵੀ ਇਹਨਾਂ ਨੇ ਤਾਂ ਆਪਣੇ ਘਰ ਘਰ ਵੈਸੇ ਹੀ ਛੱਡੇ ਹੁੰਦੇ ਆ। ਇਹ ਨੇਕੀ ਦੇ ਕੰਮ ਲਈ ਅੱਗੇ ਰਹਿੰਦੇ ਆ। ਜਿੱਦਾਂ ਹੁਣ 100 ਗਵਰੀ ਦੀ ਘਟਨਾ ਸੀ, ਕਾਫੀ ਦੇਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੁੰਦਾ ਸੀ, ਜਾਂ ਕੋਈ ਸਾਜ਼ਿਸ਼ ਕਹਿ ਲਓ, ਉਹ ਵੀ ਉਹਨਾਂ ਨੇ ਇਹ 100 ਗਵਰੀ ਚੋਂ ਕੱਢਿਆ ਸਾਰਿਆਂ ਨੂੰ। ਇਸ ਤਰ੍ਹਾਂ ਹੀ ਸਾਰੇ ਆਸਟ੍ਰੇਲੀਆ ਦੇ ਗੁਰਦੁਆਰਿਆਂ ਨੇ ਵੀ, ਸਾਡੇ ਕੋਲ ਪ੍ਰੈਸ ਰਿਲੀਜ਼ ਸਾਹਮਣੇ ਪਈ ਹੈ ਮੇਰੇ, ਇੱਥੇ ਦੇ ਘੱਟੋ ਘੱਟ 20 ਤੋਂ 26 ਗੁਰਦੁਆਰਿਆਂ ਨੇ, ਮੈਜੋਰਿਟੀ ਆਫ ਗੁਰਦੁਆਰੇ ਵੱਡਿਆਂ ਨੇ ਇਹ ਫੈਸਲਾ ਕੀਤਾ ਸੀ ਵੀ ਕਿਸਾਨਾਂ ਨੂੰ ਦੇ ਨਾਲ ਨਿਹੰਗ ਸਿੰਘਾਂ ਨੂੰ ਡਟੇ ਰਹਿਣਾ ਚਾਹੀਦਾ। ਹੁਣ ਨਿਹੰਗ ਸਿੰਘਾਂ ਦੀ ਵੀ ਗੱਲ ਆ ਕਿ ਉਹਦੇ ਵਿੱਚ ਵੀ 8-10 ਜਥੇਬੰਦੀਆਂ ਹੋਣਗੀਆਂ, ਹਰੇਕ ਦੇ ਵਿਚਾਰ ਵੀ ਭਿੰਨ-ਭਿੰਨ ਹੋ ਸਕਦੇ ਆ। ਜਿੱਦਾਂ ਦਾ ਕੋਈ ਸਰਕਮਸਟੈਂਸ ਆਉਂਦਾ, ਜਿੱਦਾਂ ਦਾ ਉਹਨੇ ਫੈਸਲਾ ਲੈਣਾ ਉਹ ਆ। ਇਸ ਕਰਕੇ ਸਾਨੂੰ ਵੀ ਜਿਹੜੇ ਆਮ ਤਬਕਾ, ਜਿਹਦੇ ਹੱਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਹਿਲੇ ਦਿਨ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਆ, ਜਦ ਕਿ ਕੋਈ ਪੋਲੀਟੀਕਲ ਪਾਰਟੀ ਵੀ ਨਹੀਂ, ਪਰ ਆਮ ਲੋਕਾਂ ਦੀ ਲੁਕਾਈ ਲਈ ਜਿਹੜੇ ਕਿ ਕੈਪੀਟਲਿਸਟ, ਜਿਹੜੇ ਦੋ ਕੁ ਬੰਦੇ ਜਿਹੜੇ ਆ ਸਾਰੀ ਦੁਨੀਆ ਨੂੰ ਹੜੱਪ ਕਰਨਾ ਚਾਹੁੰਦੇ ਆ, ਆਮ ਜਨਤਾ ਦੀ ਲੁਕਾਈ ਦੀ ਖਾਤਰ ਬੇਨਤੀ ਆ ਉਹਨਾਂ ਸਾਰੇ ਗੁਰਦੁਆਰਿਆਂ ਨੇ ਵੀ ਕੀਤੀ ਆ ਤੇ ਉਹਨਾਂ ਨੂੰ ਮੋਰਚੇ 'ਚ ਡਟੇ ਰਹਿਣਾ ਚਾਹੀਦਾ। ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ, ਸਾਰਿਆਂ ਨੇ ਉਹਨਾਂ ਦਾ ਥੈਂਕ ਯੂ ਕੀਤਾ ਜੀ। ਕਰਨੈਲ ਜੀ, ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅੱਜ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ, ਸਿੱਖ ਭਾਈਚਾਰਾ ਰਹਿੰਦਾ, ਉਹ ਵੀ ਕਾਫੀ ਚਿੰਤਤ ਸੀ ਕਿ ਬੇਅਦਬੀ ਮਾਮਲੇ 'ਚ ਆਖਰਕਾਰ ਇਨਸਾਫ ਕਦੋਂ ਮਿਲੂਗਾ। ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ, ਜੋ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਵਿਵਾਦਤ ਪੋਸਟਰ ਲਗਾਏ ਗਏ ਸੀ, ਕੰਧਾਂ ਦੇ ਵਿੱਚ ਸਰਿਆਮ ਧਮਕੀ ਦਿੱਤੀ ਗਈ ਸੀ, ਭੱਦੇ ਬੋਲ ਲਿਖੇ ਗਏ ਸੀ, ਉਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ। ਜਿਹੜੀ SIT ਟੀਮ ਦੇ ਵੱਲੋਂ ਉਸ ਲਿਖਤ ਦੀ ਜਿਹੜੀ ਜਾਂਚ ਭੇਜੀ ਗਈ ਸੀ ਫੋਰੈਂਸਿਕ ਲੈਬੋਰਟਰੀ ਨੂੰ, ਉਹਦੀ ਰਿਪੋਰਟ ਆ ਗਈ ਹੈ, ਸੀਲਬੰਦ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਹੋ ਚੁੱਕੀ ਆ। ਪਰ ਹੁਣ ਇਹ ਖੁਲਾਸਾ ਹੋਇਆ ਕਿ ਜਿਹੜੀ ਉਹ ਲਿਖਤ ਆ, ਡੇਰਾ ਪ੍ਰੇਮੀਆਂ ਦੀ ਹੱਥ ਦੀ ਲਿਖਤ ਦੇ ਨਾਲ ਮੈਚ ਖਾਂਦੀ ਆ। ਬਹੁਤ ਵੱਡਾ ਖੁਲਾਸਾ ਹੋਇਆ। ਕੀ ਲੱਗਦਾ ਤੁਹਾਨੂੰ, ਹੁਣ ਹੱਥ ਪਾਏਗੀ SIT ਅਸਲ ਮੁਲਜ਼ਮਾਂ ਤੱਕ, ਅਸਲ ਦੋਸ਼ੀਆਂ ਤੱਕ ਗ੍ਰਿਫਤਾਰ ਕਰੇਗੀ ਹੁਣ? ਕਿਉਂਕਿ ਖੁਲਾਸਾ ਬਹੁਤ ਵੱਡਾ ਹੋ ਗਿਆ, ਹੁਣ ਤਾਂ ਸਾਫ਼ ਹੀ ਹੋ ਜਾਣਾ ਫਿਰ ਤਾਂ, ਕਿਉਂਕਿ CBI ਤਾਂ ਪਹਿਲਾਂ ਕਲੀਨ ਚਿੱਟ ਦੇ ਚੁੱਕੀ ਦੀ ਡੇਰਾ ਪ੍ਰੇਮੀਆਂ ਨੂੰ, ਪਰ ਹੁਣ ਹੋਰ ਨਿਤ ਨਵਾਂ ਖੁਲਾਸਾ ਹੋ ਰਿਹਾ। ਦੇਖੋ, ਇਹ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਲਾਈਮੇਟਿਕ ਕੈਟਾਸਟ੍ਰੋਫਿਕ ਦੀ, ਇਦਾਂ ਹੀ ਜਿਹੜਾ ਇੱਥੇ ਚੇਂਜ ਆਈ ਆ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਜਿਹੜੀਆਂ ਸਾਜ਼ਿਸ਼ਾਂ ਦਾ ਇੱਧਰ ਨੂੰ ਧਿਆਨ ਲਾਣਾ, ਪੋਲੀਟੀਕਲ ਬੰਦਿਆਂ ਨੂੰ ਆਪਣੇ ਜਿਹੜੇ ਪੈਸੇ ਉਹ ਖਾਣੇ ਜਾਂ ਹੜਪੜੇ ਜੋ ਵੀ ਕਰਨਾ, ਇਹ ਕੋਈ ਸਾਜ਼ਿਸ਼ ਦੇ ਅਧੀਨ ਹੀ ਕੋਈ ਏਜੰਸੀਆਂ ਦਾ ਗਲਤ ਬੰਦੇ ਕਰਾਉਂਦੇ ਸੀ ਜਾਂ ਕਿਸੇ ਨੂੰ ਯੂਜ਼ ਕਰਦੇ ਸੀ। ਰੌਲੀ ਤਾਂ ਇਸ ਗੱਲ ਦੀ ਸਾਰਿਆਂ ਨੂੰ ਇਹ ਸੀ, ਪਰ ਨਾਮੁਮਕਿਨ ਇਹ ਲੱਗਦਾ ਸੀ ਵੀ ਇਹਦੇ ਉੱਤੇ ਕਾਰਵਾਈ ਕਿਸੇ ਗਵਰਨਮੈਂਟ ਨੇ ਨਹੀਂ ਕਰਨੀ ਹੈਗੀ, ਲੱਗਦਾ ਨਹੀਂ ਸੀਗਾ। ਪਰ ਹੁਣ ਇੱਕ ਚੰਗੀ ਆਸ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਦੇ ਫੋਰੈਂਸਿਕ ਲੈਬੋਰਟਰੀਜ਼ ਵਾਲਿਆਂ ਨੇ ਜਿਹੜੇ ਉਹਨਾਂ ਦੇ ਫਿੰਗਰਪ੍ਰਿੰਟ ਸਾਰਾ ਕੁਝ ਉਹਨਾਂ ਦੇ ਜਿਹੜੇ ਮਿਲਾ ਲਏ ਆ, ਜਿਹੜਾ ਉਹਨਾਂ ਦੀ ਲਿਖਾਈ ਵੀ ਮਿਲ ਗਈ ਆ। ਹੁਣ ਇਸ ਤੋਂ ਇੱਕ ਆਸ ਵੱਜਣੀ ਸ਼ੁਰੂ ਹੁੰਦੀ ਆ ਵੀ ਇਹਦੇ ਵਿੱਚ ਥੋੜਾ ਟੈਕਨੀਕਲ ਜਿਹੜੀ ਆ ਉਹਦਾ ਮੋੜ ਜ਼ਰੂਰ ਆਊਗਾ। ਪਰ ਹਾਲੇ ਵੀ ਇਹੀ ਲੱਗ ਰਿਹਾ ਵੀ ਜਿੱਦਾਂ ਦੇ ਬੰਦੇ ਜਾ ਕੇ ਉੱਥੇ ਮਿਲਦੇ ਆ ਉਹਨਾਂ ਨੂੰ, ਸਰਕਾਰਾਂ ਨੂੰ, ਜਾਂ ਉੱਥੇ ਚਾਹੁੰਦੇ ਆ, ਘੱਟ ਗਿਣਤੀਆਂ ਜੋ ਵਿਹਾਰ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਧਰਮਾਂ ਦੀ ਜਾਂ ਉਹਨਾਂ ਦੇ ਗ੍ਰੰਥਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਪਰ ਹਾਲੇ ਵੀ ਉਹ ਬੇਸ਼ੱਕ ਇਹਦੇ ਵਿੱਚ ਸ਼ੱਕ ਹੀ ਲੱਗਦੀ ਆ ਵੀ ਇਹ ਨਾ ਹੋ ਸਕੇ। ਪਰ ਇਹ ਇੱਕ ਥੋੜੀ ਜਿਹੀ ਖਬਰ ਜਿਹੜੀ ਆ ਟੈਕਨੀਕਲ ਤੌਰ ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਲੱਗਦੀ ਆ। ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਹਜੇ ਵੀ ਇਸ ਮਾਮਲੇ ਦੇ ਵਿੱਚ ਜਦੋਂ ਤੱਕ ਅਦਾਲਤ ਫੈਸਲਾ ਨਹੀਂ ਸੁਣਾਉਂਦੀ ਹੈਗੀ, ਆਖਰੀ ਫੈਸਲਾ,
ਉਦੋਂ ਤੱਕ ਹਜੇ ਆਪਾਂ ਨੂੰ ਨਹੀਂ ਕਹਿ ਸਕਦੇ ਕਿ ਫਾਈਨਲ ਮੋਹਰ ਲੱਗ ਗਈ ਜਾਂ ਫਿਰ ਅਸਲ ਬੰਦੇ ਫੜੇ ਗਏ। ਹੁਣ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੈ ਤੁਹਾਨੂੰ ਵੀ ਦੱਸ ਦਿੰਦੇ ਹਾਂ, ਸੁਣਨ ਵਾਲੇ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ ਕਿ 12 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਅਦਾਲਤ ਦੀ ਜੋ ਫੈਸਲਾ ਆਵੇਗਾ ਉਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ, ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਹੈ। ਕਰਨੈਲ ਜੀ, ਇਸ ਇੱਕ ਖਬਰ ਹੋਰ ਹੈ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ, ਸਿੰਘੂ ਮੋਰਚੇ ਦੇ ਨਾਲ ਜੁੜੀ ਹੋਈ। ਹੁਣ ਕੱਲ ਫੇਰ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਇਲਜ਼ਾਮ ਲਗਾਏ ਨੇ, ਜੋ ਸੀਨੀਅਰ ਲੀਡਰ ਨੇ, ਰਕੇਸ਼ ਟਕੈਤ ਹੋ ਗਿਆ, ਡਾਕਟਰ ਦਰਸ਼ਨਪਾਲ ਹੋ ਗਿਆ, ਹੋਰ ਕਈ ਲੀਡਰਾਂ ਨੇ ਕੱਲ ਫੇਰ ਕਹਿੰਦੇ ਬੀਜੇਪੀ ਤੇ ਆਰਐਸਐਸ ਨੇ ਜੋ ਉੱਥੇ ਕਤਲकांड ਹੋਇਆ ਸੀ, ਬੇਅਦਬੀ ਮਾਮਲੇ ਨਾਲ ਵੀ ਜੋੜਿਆ ਗਿਆ ਤੇ ਉਸਦੇ ਪਰਿਵਾਰ ਨੂੰ ਲੈ ਕੇ ਕਹਿੰਦੇ ਉੱਥੇ ਜਥੇਬੰਦੀ, ਇੱਕ ਨਵੀਂ ਜਥੇਬੰਦੀ ਪੈਦਾ ਹੋਈ ਹੈ ਕਿ ਉੱਥੇ ਪਹੁੰਚ ਗਈ ਮਾਹੌਲ ਖਰਾਬ ਕਰਨ ਸਿੰਘੂ ਬਾਰਡਰ ਤੇ। ਦੇਖੋ, ਆਏ ਦਿਨ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਵੀ ਇੱਥੋਂ ਜਿਹੜੀ ਆਪਾਂ ਫੇਰ ਉੱਥੇ ਜਾਂਦੇ ਆ, ਜਿਹੜੀ ਮੋਰਚੇ ਦੀ ਸਿਖਰ ਸੀ ਜਿਹਦੇ 'ਚ ਗੌਰਮੈਂਟ ਦਾ ਜ਼ੁਲਮ ਜਿਹੜਾ ਸੀ, ਉਹਦੀਆਂ ਏਜੰਸੀਆਂ ਦਾ, ਉਹ ਜਿਹੜੇ ਲੀਡਰਾਂ ਦਾ, ਜਿਹੜੇ ਉਹਨਾਂ ਦੇ ਪਾਲੇ ਹੋਏਗਾ ਉਹਨਾਂ ਦੇ ਚੇਲੇ ਜਾਂ ਉਹਨਾਂ ਦੇ ਚਾਟੜੇ ਜੋ ਵੀ ਮਿਨਿਸਟਰ ਆ, ਜਦੋਂ ਉਹਨੇ ਗੱਡੀ ਦੇ ਵਿੱਚ ਦਰੜ ਦਿੱਤੇ, ਗੱਡੀ ਥੱਲੇ ਦੇ ਕੇ ਕਿਸਾਨ ਜਿਹੜੇ ਦਰੜ ਦਿੱਤੇ, ਉਹਨੂੰ ਅੱਖੋਂ ਪਰੋਖੇ ਕਰਨ ਲਈ ਉਹਨਾਂ ਨੇ ਮੋਰਚੇ ਨੂੰ ਤਾਰ ਭੀਡੋ ਕਰਨ ਲਈ ਕਦੀ ਨਿਹੰਗਾਂ 'ਚ ਲੜਾਈ ਕਰਾਉਣੀ ਆ, ਕਦੀ ਤੁਹਾਡੇ ਕਾਮਰੇਡਾਂ ਸਿੱਖਾਂ ਦੀ ਗੱਲ ਕਰਨੀ ਆ, ਕਦੀ ਉਹਨਾਂ ਨੇ ਮਜ਼ਦੂਰਾਂ ਦੀ ਗੱਲ ਕਰਨੀ ਆ, ਕਦੀ ਆੜ੍ਹਤੀਆਂ ਦੀ ਕਰੂਗੇ, ਕਦੀ ਆਪਣੇ ਕਿਸਾਨ ਬਿਠਾਊਗੇ। ਇਹਨਾਂ ਤੋਂ ਇਹ ਲੱਗਦਾ ਵੀ ਗਵਰਨਮੈਂਟ ਹੁਣ ਬੁਖਲਾ ਚੁੱਕੀ ਆ ਜੀ। ਇਹਨਾਂ ਨੂੰ ਇਹ ਦੀਵਾਲੀ ਤੋਂ ਪਹਿਲਾਂ ਜਾਂ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਚੋਂ ਸਾਨੂੰ ਕੱਢਣਾ ਆ ਤਾਂ ਬਾਕੀ ਰਾਜੇ ਕਹਿੰਦੇ ਸੀ ਅਸੀਂ ਵੀ ਜਾਣਾ ਆ, ਕੋਈ ਫਰਕ ਨਹੀਂ ਸਮਝਿਆ। ਇਸ ਕੌਮ ਦੀਆਂ ਰੋਹ ਰੀਤਾਂ ਨੂੰ ਦੇਖਦੇ ਆ, ਹੁਣ ਦੀਵਾਲੀ ਵੀ ਆ ਰਹੀ ਆ, ਬੰਦੀ ਛੋੜ ਵੀ ਆ ਰਿਹਾ, ਇਸ ਟਾਈਮ ਦੇ ਰਾਜਿਆਂ ਨੂੰ ਜਿਹੜੇ ਹੁਣ ਇਹਨੇ ਬੁਖਲਾ ਚੁੱਕੇ ਆ ਜਾਂ ਇੰਨੀ ਈਗੋ ਜਾਂ ਹੰਕਾਰ ਦੇ ਵਿੱਚ ਬੈਠੇ ਆ, ਇਹਨਾਂ ਨੂੰ ਇੱਧਰ ਸੋਚ ਲੈਣਾ ਚਾਹੀਦਾ ਵੀ ਜੇ ਉਸ ਵੇਲੇ ਏਦਾਂ ਦੀਆਂ ਸਥਿਤੀਆਂ, ਇਹ ਪੰਥਕ ਧਿਰਾਂ ਜਾਂ ਇਹਨਾਂ ਦੇ ਗੁਰੂ ਪੀਰ ਪੈਗੰਬਰ ਜਿਹੜੇ ਕਿ ਉਦੋਂ ਉਹਨੂੰ ਹਿੰਦੂਆਂ ਦੇ ਗੁਰੂ ਕਹਿੰਦੇ ਸੀ, ਮੁਗਲਾਂ ਦੀ ਸਰਕਾਰ ਸੀ, ਵੀ ਇਹ ਕਿਉਂ ਨਹੀਂ ਇਹ ਗੱਲ ਕਰ ਸਕਦੇ, ਇਹ ਕਿਉਂ ਨਹੀਂ ਇਹ ਤਰੀਕਾ ਅਪਣਾ ਸਕਦੇ ਵੀ ਕਿਸਾਨ ਵੀ ਘਰੋਂ ਬਾਹਰ ਬੈਠੇ ਆ, ਉਹ ਵੀ ਤਾਂ ਜੇਲ੍ਹਾਂ ਵਾਲੀ ਗੱਲ ਆਈ ਆ, ਹਵਾ ਉਹਨਾਂ ਦਾ ਬੁਰਾ ਜਿਹੜੀ ਸਥਿਤੀ ਆ ਉਹ ਇੰਨੇ ਹੁਮਨ ਤਰੀਕੇ ਦੇ ਨਾਲ, ਅਣਮੁਰੀਕੀ ਤਰੀਕੇ ਦੇ ਨਾਲ ਘਰਾਂ ਤੋਂ ਬਾਹਰ ਬੈਠੇ ਆ। ਸੋ ਜਿਹੜੀ ਮੈਂ ਗੱਲ ਕਰਾਂ ਘਟਨਾ ਦੀ, ਉੱਥੇ ਆਉਂਦੇ ਆ, ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਨਿਹੰਗਾਂ ਨੂੰ ਜਾਂ ਹੋਰ ਕਿਸੇ ਨੂੰ ਅੱਗੇ ਪਿੱਛੇ ਕਰਨ ਦੀ ਜਾਂ ਆਪਸ ਵਿੱਚ ਹੀ ਲੜਾਉਣ ਦੀ। ਹੁਣ ਇਹ ਬਾਰ-ਬਾਰ ਉੱਥੇ ਅਟੈਕ ਕਰਨਗੇ, ਡਰਾਉਣਗੇ। ਪਰ ਇੱਕ ਗੱਲ ਜ਼ਰੂਰ ਹੋ ਗਈ ਆ, ਜਿੱਦਾਂ ਦਾ ਕੱਲ ਪਰਸੋਂ ਨਿਹੰਗਾਂ ਦਾ ਅਸੀਂ ਦੇਖਿਆ ਆਪਣੀਆਂ ਸਟੇਟਮੈਂਟ ਦਾ ਬਿਆਨ, ਉਹ ਜਾਨ ਤੇ ਆਪਣੀ ਰੱਖ ਕੇ ਬੈਠੇ, ਤਲੀ ਤੇ ਜਾਨ ਰੱਖ ਕੇ ਬੈਠੇ ਆ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕਰਨੀ ਏਦਾਂ ਦੀਆਂ ਗੱਲਾਂ ਦੀ। ਤੇ ਇਹਨਾਂ ਨੂੰ ਇੱਕਮੁੱਠ ਹੋ ਕੇ ਰਹਿਣਾ ਚਾਹੀਦਾ। ਧਰਮ ਤੋਂ ਬਗੈਰ ਕਿਸਾਨੀ ਨਹੀਂ, ਕਿਸਾਨੀ ਦਾ ਪਹਿਲਾ ਧਰਮ ਗੁਰੂ ਨਾਨਕ ਦੇਵ ਜੀ ਨੇ, ਤੇ ਏਦਾਂ ਹੀ ਕਿੱਤਾਂ ਨੂੰ, ਕਿਰਤ ਨੂੰ ਪਹਿਲ ਦਿੱਤੀ ਗਈ ਆ। ਇਹ ਤੇ ਹੀ ਨਿਸ਼ਚਾ ਕਰਕੇ ਆਪਣੇ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ ਜੀ। ਕਰਨੈਲ ਜੀ, ਇੱਕ ਬਿਆਨ ਹੋਰ ਮੈਂ ਤੁਹਾਨੂੰ ਯਾਦ ਦਿਵਾਉਣਾ, ਬੀਤੇ ਦਿਨ ਹੀ 2-3 ਦਿਨ ਹੋਏ ਨੇ, ਜੋ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ, ਉਹਨਾਂ ਦਾ ਬਿਆਨ ਆਇਆ। ਉਹਨਾਂ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਉਹ ਕਿਸਾਨੀ ਅੰਦੋਲਨ ਨੂੰ ਤੋੜਨ ਲਈ ਹੋ ਰਹੀਆਂ ਨੇ। ਉਹਨਾਂ ਦਾ ਬਿਆਨ ਤੁਹਾਨੂੰ ਮੈਂ ਦੱਸ ਦਿੰਦਾ। ਉਹ ਕਹਿੰਦੇ ਵੀ ਜ਼ਿਆਦਾਤਰ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ, ਉਹ ਨਹੀਂ ਚਾਹੁੰਦੀਆਂ ਵੀ ਕਾਨੂੰਨ ਰੱਦ ਹੋਣ, ਵਧੀਆ ਨੇ ਵੀ, ਚੰਗੇ ਨੇ। ਉਹ ਇਹਨਾਂ ਦਾ ਬਿਆਨ ਇਹ ਸੀ। ਨਾਲ ਦੀ ਉਹਨਾਂ ਨੇ ਕਿਹਾ ਵੀ ਜਿਹੜਾ ਅੰਦੋਲਨ ਹੈ ਤਾਂ ਵੀ ਥੋੜੇ ਕੁ ਦਿਨਾਂ ਦੀ ਖੇਡ ਆ, ਖਤਮ ਹੋ ਜਾਊਗਾ ਅੰਦੋਲਨ। ਕੀ ਲੱਗਦਾ ਤੁਹਾਨੂੰ ਉਹਨਾਂ ਦੇ ਬਿਆਨ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਆ? ਦੇਖੋ, ਇਹ ਤਾਂ ਆਪਣੇ ਆਪ ਹੀ ਐਵੀਡੈਂਸ ਸ਼ੋ ਕਰਦਾ ਆ ਵੀ ਜਿਹੜਾ ਉਸ ਤਰ੍ਹਾਂ ਦੀ ਬੋਲੀ ਤੂਤੀ ਬੋਲਦਾ ਆ ਉਹ ਏਦਾਂ ਹੀ ਕਹੂਗਾ, ਕਿਉਂਕਿ ਜਿਹੜੀ ਦ੍ਰਿੜਤਾ ਹੁੰਦੀ, ਜਿਹੜੀ ਕੁਆਲਿਟੀ ਹੁੰਦੀ ਆ ਜਾਂ ਮੂਰਤੀਆਂ ਨੂੰ ਚਲਾਉਣ ਵਾਲੀ ਗੱਲ ਹੁੰਦੀ ਆ, ਉਧਰ ਝੋਨੇ ਦਾ ਸੀਜ਼ਨ ਹੋਵੇ, ਉਧਰ ਜਿਹੜੀ ਕੁਦਰਤੀ ਆਫਤਾਂ ਆ ਪਈਆਂ ਹੋਣ, ਤੇ ਤੁਸੀਂ ਵੱਖ-ਵੱਖ ਜਿਹੜੇ ਉਹਨਾਂ ਦੇ ਜਿੱਦਾਂ ਸਿੰਘੂ ਬਾਰਡਰ ਜਾਂ ਹੋਰ ਕਿਤੇ ਵੱਖਰੇ ਤਰੀਕੇ ਨਾਲ ਅਟੈਕ ਕਰੋ, ਆਪਣੀਆਂ ਜ਼ਿਆਦਤੀਆਂ ਜਿਹੜੀਆਂ ਜ਼ੁਲਮ ਕੀਤੇ ਹੋਏ ਆ ਉਹ ਲਖੀਮਪੁਰ ਵਾਲੇ, ਉਹਨੂੰ ਲੁਕਾਉਣ ਦੀ ਖਾਤਰ, ਤਾਂ ਇਦਾਂ ਦੇ ਬਿਆਨ ਦਿਵਾਉਣੇ ਉਹਨਾਂ ਲਈ ਬਹੁਤ ਈਜ਼ੀ ਹੁੰਦਾ ਆ। ਇਹਨੂੰ ਡੀਰੇਲ ਅਸੀਂ ਕਰਨਾ ਇੱਥੇ ਕਹਿੰਦੇ ਆ ਵੀ ਜਿਹੜੇ ਜਾਂ ਡਰਾਉਣਾ, ਧਮਕਾਉਣਾ, ਕੁੱਟਣਾ, ਮਾਰਨਾ, ਸਾਮਦੰਡ ਭੇਦ ਵਾਲੀਆਂ ਗੱਲਾਂ, ਉਹਦੇ ਅਨੁਸਾਰ ਹੀ ਇਦਾਂ ਦੇ ਜਿਹੜੇ ਆ ਸਾਜ਼ਿਸ਼ਾਂ, ਇਹ ਜਿਹੜੇ ਬਿਆਨ ਆਉਂਦੇ ਰਹਿਣੇ ਚਾਹੀਦੇ ਆ। ਮੈਨੂੰ ਇਹ ਗੱਲ ਦਾ ਯਕੀਨ ਆ, ਸਾਨੂੰ ਬਾਹਰ ਸਾਰਿਆਂ ਨੂੰ, ਹੋਰ ਸੰਸਥਾਵਾਂ ਨੂੰ ਵੀ ਯਕੀਨ ਆ, ਗੱਲਬਾਤ ਹੁੰਦੀ ਰਹਿੰਦੀ ਆ। ਲੀਗਲ ਸੈੱਲ ਜਿਹੜੇ ਇਹਨਾਂ ਦੇ ਹੈਗੇ ਆ ਜਾਂ ਜਿਹੜੇ ਕਿਸਾਨਾਂ ਦੇ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਆ, ਉਹ ਇਦਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਨਗੇ ਜੀ। ਕਰਨੈਲ ਜੀ, ਇਸ ਤੋਂ ਇਲਾਵਾ ਜਿਸ ਤਰ੍ਹਾਂ NRIਆਂ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਉਹ ਪੰਜਾਬ ਦੇ ਵਿੱਚ ਵੀ ਆਪਦੀ ਅਹਿਮ ਭੂਮਿਕਾ ਨਿਭਾਉਂਦੇ ਨੇ, ਪਰ ਬੀਤੇ ਦਿਨ ਇੱਕ ਖਬਰ ਸਾਹਮਣੇ ਆਈ ਜੋ ਕਿ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ, ਉਹਨਾਂ ਦੇ ਭਰਾ ਸੀ, ਉਹਨਾਂ ਨੂੰ ਏਅਰਪੋਰਟ ਤੋਂ ਮੋੜ ਦਿੱਤਾ ਗਿਆ। ਕਹਿੰਦੇ ਵੀ ਕਾਰਨ ਇਹੀ ਹੈ ਕਿ ਉਹਨਾਂ ਨੇ ਸਿੰਘੂ ਮੋਰਚੇ ਤੇ ਆਪਣਾ ਲੰਗਰ ਲਾਇਆ ਹੋਇਆ, ਉਸ ਨਾਲ ਜੋੜਿਆ ਜਾ ਰਿਹਾ, ਕਿਉਂਕਿ ਉਹ ਏਅਰਪੋਰਟ ਤੋਂ ਉਹਨਾਂ ਨੂੰ ਮੋੜ ਦਿੱਤਾ ਗਿਆ ਦਰਸ਼ਨ ਧਾਲੀਵਾਲ ਨੂੰ, ਕਿਉਂਕਿ ਪੰਜਾਬ ਦੇ ਵਿੱਚ NRIਆਂ ਦਾ ਬਹੁਤ ਵੱਡਾ ਰੋਲ ਹੈ।
ਪੰਜਾਬ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਜਦੋਂ ਕੋਈ ਸਰਕਾਰ ਬਣਦੀ ਹੈ। ਪਰ ਹੁਣ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ NRI ਨੂੰ 에ਅਰਪੋਰਟ ਤੋਂ ਹੀ ਮੋੜ ਦਿੱਤਾ ਗਿਆ। ਕਿਸੇ ਨੇ ਬੋਲਣ ਦੀ ਹਿੰਮਤ ਨਹੀਂ ਕੀਤੀ, ਨਾ ਕੋਈ ਸਰਕਾਰ ਦਾ ਨੁਮਾਇੰਦਾ ਬੋਲਿਆ। ਹਾਂਜੀ ਕੁਲਦੀਪ ਜੀ, ਦੇਖੋ ਤੁਸੀਂ ਵੀ ਸੀਨੀਅਰ ਜਰਨਲਿਸਟ ਹੋ, ਤਜਰਬਾ ਰੱਖਦੇ ਹੋ, ਫੀਲਡ ਦੇ ਵਿੱਚ ਜਾਂਦੇ ਹੋ, ਤੁਸੀਂ ਬਹੁਤ ਸਾਰੇ ਜਿਹੜੇ ਮੁੱਢਲੇ TV ਚੈਨਲ ਆ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਉਂਦਾ ਗਲੋਬਲ ਪੰਜਾਬ ਦਾ, ਜਿਨ੍ਹਾਂ ਨੇ ਕਿ ਸਿਰ ਧੜ ਦੀ ਬਾਜੀ ਲਾ ਕੇ ਇਹਨਾਂ ਚੀਜ਼ਾਂ ਦੀਆਂ ਨੂੰ ਕਵਰ ਕਰਦੇ ਆ, ਘਟਨਾਵਾਂ ਨੂੰ, ਜਿਹੜੀਆਂ ਕਿ ਲੰਗਰ ਵਾਲੀਆਂ ਜਾਂ ਮੋਰਚੇ ਦੀਆਂ ਜਾਂ ਜਿੱਥੇ ਆਮ ਜਨ ਸਧਾਰਨ ਦੀ ਗੱਲ ਹੁੰਦੀ ਆ, ਉੱਥੇ ਜਦੋਂ ਇਹ ਸੰਸਥਾਵਾਂ ਬਾਹਰ ਦੀਆਂ ਜਿਹੜੀਆਂ ਖਾਲਸਾ ਏਡ ਹੋ ਗਈ, ਯੂਨਾਈਟਿਡ ਸਿੱਖਸ ਹੋ ਗਈ ਜਾਂ ਹੋਰ ਸੰਸਥਾਵਾਂ ਨੇ ਵੀ ਯੋਗਦਾਨ ਪਾਇਆ। ਇੱਦਾਂ ਹੀ ਸਰ ਦਰਸ਼ਨ ਸਿੰਘ ਜੀ ਧਾਲੀਵਾਲ ਹੋਣਾ ਦਾ ਵੀ ਉਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਆ, ਇਕੱਲੇ ਇੱਕ ਸਰਦਾਰ ਜਾਂ ਉਹ ਗੱਲ ਨਹੀਂ ਹੈਗੀ। ਉਹ ਬਹੁਤ ਵੱਡੀ ਗੱਲ ਆ ਜਦ ਇੱਦਾਂ ਦੇ ਬੰਦੇ ਨੂੰ ਤੁਸੀਂ ਐਂਟਰੀ ਨਹੀਂ ਦੇਣੀ, ਜਿਹੜਾ ਕਿ ਬਹੁਤ ਸਾਰਾ ਯੋਗਦਾਨ ਪਾ ਰਿਹਾ ਹੋਵੇ ਪੰਜਾਬੀਅਤ ਲਈ, ਦੇਸ਼ ਦੇ ਲਈ। ਬਹੁਤ ਸਾਰੇ ਪੰਜਾਬੀਆਂ ਨੇ, ਮੈਂ ਖਾਸ ਕਰਕੇ ਦੁਆਬੇ ਏਰੀਆ ਦੀ ਵੀ ਗੱਲ ਕਰਦਾ, ਇੰਨੇ ਸਾਲਾਂ ਤੋਂ ਇਨਵੈਸਟਮੈਂਟ ਜਾਂ ਬਾਹਰਲੀ ਕਰੰਸੀ ਦੇ ਰੂਪ ਦੇ ਵਿੱਚ ਪੈਸਾ ਭੇਜਿਆ ਹੋਵੇ ਜਾਂ ਹੋਰ ਵੀ ਗੋਲਡ ਵੀ ਸਾਰਾ ਕੁਝ ਦੇ ਵਿਚਲਾ। ਤੇ ਉਹ ਜਦੋਂ ਤੁਸੀਂ ਉਹ ਕਹਿੰਦੇ ਆ ਵੀ ਸਾਰੇ ਬਾਹਰ ਆਉਂਦੇ, ਜਦੋਂ ਕਿਤੇ ਵੀ ਇਹਨਾਂ ਦੇ ਅਧਿਕਾਰੀ ਜਾਂ ਮੋਦੀ ਸਾਹਿਬ ਵੀ, ਉਹ ਸਾਰੇ ਕਹਿੰਦੇ ਵੀ ਸਾਡੇ ਉੱਥੇ ਦੇਸ਼ ਦੇ ਵਿੱਚ ਬਹੁਤ ਤਕੜੀ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦਾ ਇੱਕ ਪਰਦਾ ਹੀ ਆ, ਉਹਦੇ ਬੈਨਰ ਥੱਲੇ ਡਿਕਟੇਟਰਸ਼ਿਪ ਹੋ ਰਹੀ ਆ ਕਿ ਆਮ ਜਿਹੜੇ ਇਦਾਂ ਦੇ ਬੰਦਿਆਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਤੇ ਬਾਕੀ NRI ਭਰਾਵੋ, ਤੁਸੀਂ ਹੁਣ ਦੇਖ ਲਓ, ਸ਼ੇਅਰ ਕਰੋ ਇਸ ਆਵਾਜ਼ ਨੂੰ ਵੱਧ ਤੋਂ ਵੱਧ ਵੀ ਇਹ ਬਾਕੀ ਜਿਹੜੇ ਆਮ ਬੰਦੇ ਜਾਣਗੇ ਜਾਂ ਹੋਰ ਜਿਹੜੇ ਕੋਈ ਗੱਲ ਕਰਨ ਵਾਲੇ ਹੋਣਗੇ ਜਾਂ ਜਿਨ੍ਹਾਂ ਨੇ ਕਿਸਾਨ ਰੈਲੀਆਂ ਕੀਤੀਆਂ, ਉਹਨਾਂ ਨਾਲ ਇਹ ਸ਼ਰੇਆਮ ਧੱਕਾ ਆ ਵੀ ਜੇ ਤੁਸੀਂ ਪ੍ਰੋਟੈਸਟ ਦੀ ਸ਼ਾਂਤਮਈ ਤਰੀਕੇ ਨਾਲ ਵੀ ਇਹਨਾਂ ਦੇਸ਼ਾਂ ਦੀ ਆਗਿਆ ਲੈ ਕੇ ਵੀ ਤੁਸੀਂ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦੇ। ਇੱਕ ਬੰਦਾ ਜੇ ਲੰਗਰ ਵੀ ਲਾਉਂਦਾ ਆ, ਉਹਦੇ ਉੱਤੇ ਵੀ ਇੰਨੀ ਜ਼ਿਆਦਤੀ ਹੋ ਸਕਦੀ ਆ, ਤਾਂ ਉਹ ਇਹ ਇੱਕ ਘੱਟ ਗਿਣਤੀਆਂ ਨਾਲ ਸ਼ਰੇਆਮ ਧੱਕਾ। ਇਹ ਨੋਟਿਸੇਬਲ ਆ UN ਦੇ ਵੀ, ਸਾਰਿਆਂ ਦੇ ਧਿਆਨ ਗੋਚਰੇ ਲਿਆਉਣ ਵਾਲੀ ਇਹ ਗੱਲ ਆ। ਇਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਇਹ ਫੇਰ ਧੱਕਦੀਆਂ ਘੱਟ ਕੌਮਾਂ ਨੂੰ ਵੀ ਸਾਡਾ ਇਹ ਦੇਸ਼ ਨਹੀਂ ਲੱਗਦਾ, ਨੋ ਐਨੀ ਮੋਰ, ਇਹ ਸਾਡਾ ਦੇਸ਼ ਨਹੀਂ ਹੈਗਾ। ਇੱਥੋਂ ਵਿਗਿਆਨ ਵੀ ਪੈਦਾ ਹੁੰਦੀ ਆ, ਜਿੱਦਾਂ ਕਿ ਅੱਗੇ ਵੀ ਹੁੰਦੀ ਆਈ ਆ। ਸੋ ਇਹ ਜਿਹੜੇ ਤਰੀਕੇ ਆ, ਇਹ ਤਾਂ ਚਾਹੀਦਾ ਸਗੋਂ ਉਹਨਾਂ ਨੂੰ, ਮੋਦੀ ਸਾਹਿਬ ਨੂੰ ਆਪ ਸੱਦਾ ਦੇਣਾ ਇੱਦਾਂ ਦੇ ਬੰਦਿਆਂ ਨੂੰ, ਆਪ ਦਖਲ ਦੇ ਕੇ ਹੋਮ ਮਿਨਿਸਟਰੀਆਂ ਨੂੰ। ਜਦ ਕਿ ਬਾਹਰ ਤੁਸੀਂ ਖਬਰਾਂ ਦਿੰਦੇ ਆ ਵੀ ਘੱਟ ਗਿਣਤੀਆਂ ਇੱਥੇ ਸੇਫ ਆ, ਉਹਨਾਂ ਦੇ ਧਰਮ ਸੇਫ ਆ, ਕਿਉਂ ਸਾਰਾ ਝੂਠ ਬੋਲਦੇ ਜਦ ਇੰਨਾ ਮੀਡੀਆ ਵੀ ਚੱਲਦਾ ਹੋਵੇ। ਇਹ ਇੱਕ ਬਹੁਤ ਹੈਰਾਨੀ ਹੋਈ ਆ। ਇਹਦੇ ਉੱਤੇ ਸਾਰਿਆਂ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ, ਵੱਧ ਤੋਂ ਵੱਧ ਆਪਣੇ ਦੇਸ਼ਾਂ ਦੇ MPਆਂ ਨੂੰ, ਹੋਰ ਸਾਰਿਆਂ ਨੂੰ ਇਹ ਆਵਾਜ਼ ਜਿਹੜੀ ਆ ਇੰਟਰਨੈਸ਼ਨਲ ਲੈਵਲ ਤੇ ਜਾਂਦੀ ਹੈ ਇਸ ਗੱਲ ਦੀ ਵੀ ਇੰਨਾ ਧੱਕਾ ਹੋ ਰਿਹਾ। ਏਦਾਂ ਦੀਆਂ ਸੰਸਥਾਵਾਂ ਤਾਂ ਜਿਹੜੀਆਂ ਕਿ ਸਮਾਜਿਕ ਸੇਵਾ ਵਾਲੇ ਬੰਦਿਆਂ ਨਾਲ ਵੀ ਇੰਨਾ ਧੱਕਾ ਹੋਣ ਜਾ ਰਿਹਾ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਬਿਲਕੁਲ NRIਆਂ ਦਾ ਬਹੁਤ ਵੱਡਾ ਰੋਲ ਆ ਪੰਜਾਬ ਦੇ ਵਿੱਚ, ਪੰਜਾਬੀਅਤ ਦੇ ਵਿੱਚ, ਤੇ ਪੰਜਾਬ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਣ ਲਈ ਹਰ ਸਮੇਂ ਉਹ ਮਦਦ ਕਰਦੇ ਰਹਿੰਦੇ ਨੇ। ਕਦੇ ਵੀ ਕੋਈ ਵੀ ਜੇ ਪੰਜਾਬੀਆਂ ਤੇ ਗਰੀਬਾਂ ਤੇ ਜਾਂ ਕਿਤੇ ਵੀ ਕਦੇ ਵੀ ਕੋਈ ਮਾੜੀ ਹਾਲਤ ਆਉਂਦੀ ਆ ਜਾਂ ਕੋਈ ਅਣਹੋਣੀ ਹੁੰਦੀ ਆ, ਕੁਦਰਤੀ ਆਫਤ ਆਉਂਦੀ ਆ, ਜਦ ਵੀ ਇਹ ਖੁੱਲ੍ਹੇ ਦਿਲ ਦੇ ਨਾਲ ਮਦਦ ਕਰਦੇ ਨੇ। NRI ਜਿਹੜੇ ਹੈਗੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਵੱਸਦੇ ਨੇ। ਇਹਦੀ ਸਖਤ ਸ਼ਬਦਾਂ ਦੇ ਵਿੱਚ ਕਿਸਾਨ ਵੀ ਨਿਖੇਧੀ ਕਰ ਰਹੇ ਨੇ, ਹਰ ਕੋਈ ਨਿਖੇਧੀ ਕਰ ਰਿਹਾ ਵੀ ਉਹਨਾਂ ਨੂੰ ਆਉਣ ਦਾ ਅਧਿਕਾਰ ਹੈਗਾ ਸੀ, ਆਉਣ ਦੇਣਾ ਚਾਹੀਦਾ ਸੀ। ਨਾਲ ਦੀ ਨਾਲ ਕਰਨੈਲ ਜੀ, ਤੁਸੀਂ ਸੁਣਿਆ ਹੋਣਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਵੀ ਜਲਦ ਪਾਰਟੀ ਦਾ ਐਲਾਨ ਕਰਾਂਗੇ, ਪਰ ਹਜੇ ਸਮਾਂ ਨਹੀਂ ਆਇਆ, ਹਜੇ ਤਾਂ ਨਾਮ ਵੀ ਜਿਹੜਾ ਉਹਨਾਂ ਦਾ ਤੈਅ ਨਹੀਂ ਹੋਇਆ ਪਾਰਟੀ ਦਾ। ਉਹ ਕਹਿੰਦਾ ਮੈਂ ਪੰਜਾਬ ਲਈ ਲੜਾਂਗਾ, ਮੈਨੂੰ ਬਦਨਾਮ ਕੀਤਾ ਗਿਆ, ਮੈਂ 4.5 ਸਾਲ ਚੰਗੇ ਕੰਮ ਕੀਤੇ, ਵਧੀਆ ਕੰਮ ਕੀਤੇ, ਤੇ ਕੁਝ ਵਾਅਦੇ ਰਹਿ ਗਏ ਸੀ, ਜਦੋਂ ਤੱਕ ਸਰਕਾਰ ਪੂਰੀ ਹੋਣੀ ਸੀ ਉਦੋਂ ਤੱਕ ਸਾਰੇ ਵਾਅਦੇ ਪੂਰੇ ਹੋ ਜਾਣੇ ਸੀ। ਕਿਸ ਤਰ੍ਹਾਂ ਸੋਚਦਾ ਉੱਥੇ ਦਾ ਪੰਜਾਬੀ ਭਾਈਚਾਰਾ, ਸੁਸਾਇਟੀਆਂ ਜੋ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੇ, ਜਥੇਬੰਦੀਆਂ? ਲੱਗਦਾ ਕਿ ਪੰਜਾਬ ਦੇ ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਬੂਲ ਕਰਨਗੇ? ਦੇਖੋ ਇਹ ਤਾਂ ਹੁਣ ਹਰੇਕ ਨੂੰ ਲੱਗਦਾ ਵੀ ਇੱਕ ਹਾਸੋਹੀਣੀ ਜੀ ਗੱਲ ਲੱਗਦੀ ਕੁਲਦੀਪ ਜੀ। ਇਹ ਦੇਖਿਆ ਜਾਵੇ ਤਾਂ ਸਾਰੇ ਮੀਡੀਆ ਨੇ ਵੀ ਜਿੱਦਾਂ ਕਹਿ ਹੀ ਰਹੇ ਆ ਜਾਂ ਕੁਐਸਚਨ ਵੀ ਕਰਦੇ ਆ, ਜਾਂ ਉਹਨਾਂ ਦੀ ਆਪਣੀ ਪਾਰਟੀ ਦੇ ਹੀ ਲੀਡਰ ਉਹਨਾਂ ਤੋਂ ਬਾਹਰੇ ਹੋ ਕੇ ਉਹਨਾਂ ਤੋਂ ਜਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਵੀ, ਪਹਿਲਾਂ ਵਾਰਨਿੰਗ ਵੀ ਦਿੱਤੀ, ਆਮ ਜਨਤਾ ਨੇ ਵੀ ਕਿਹਾ। ਪਹਿਲੇ ਦਿਨ ਹੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਚਾਲੂ ਹੁੰਦਾ ਵੀ 4 ਵੀਕਸ ਦੇ ਵਿੱਚ, 4 ਹਫ਼ਤਿਆਂ ਦੇ ਵਿੱਚ ਗੁਟਕਾ ਸਾਹਿਬ ਦੀ ਸਹੁੰ ਕਿਸੇ ਨੂੰ ਭੁੱਲੀ ਨਹੀਂ ਹੋਣੀ। ਹਰੇਕ ਦੇਖਣ ਵਾਲੇ ਨੂੰ, ਸੁਣਨ ਵਾਲੇ ਨੂੰ ਅਸੀਂ ਇੱਥੇ ਯਾਦ ਕਰਾਉਂਦੇ ਆ, ਇਹ ਉਹੀ ਕੈਪਟਨ ਆ। ਹੁਣ ਜੋ ਮਰਜ਼ੀ ਲੋਲੋ ਪੋਚੋ ਜੋ ਵੀ ਕਰਦਾ ਕਰੀ ਜਾਵੇ। ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਇਹਨਾਂ ਦੇ ਉੱਤੇ ਯਕੀਨ ਕੀਤਾ ਗਿਆ ਵੀ ਚਲੋ ਇਹ ਹੈਗੇ ਆ ਮਹਾਰਾਜੇ ਜੇ, ਇੱਦਾਂ ਦੇ ਇਹਨੂੰ ਕੋਈ ਮਹਾਰਾਜੇ ਕਹਿਣ ਦਾ ਹੁਣ ਹੱਕ ਤੇ ਨਹੀਂ ਵਾਲਾ ਰਹਿ ਗਿਆ। ਜਿਹੜੇ ਸਹੁੰ ਖਾ ਕੇ ਇੱਦਾਂ ਹੋ ਜਾਂਦੇ ਆ, ਇੱਦਾਂ ਦੇ ਜਿੱਦਾਂ ਕਿ ਮਹਾਰਾਜਿਆਂ ਨੂੰ ਉੱਥੇ ਅਕਾਲ ਤਖ਼ਤ ਤੇ ਪੇਸ਼ ਕਰਨਾ ਚਾਹੀਦਾ ਆ, ਜਿੱਦਾਂ ਪਹਿਲਾਂ ਹੁੰਦਾ ਆ। ਮਹਾਰਾਜਾ ਰਣਜੀਤ ਸਿੰਘ ਆਪ ਉੱਥੇ ਆਪ ਚਲ ਗਏ ਸੀ, ਖੜੇ ਹੋਏ ਸੀ। ਸੋ ਇਹਨਾਂ ਨੂੰ ਰਾਜੇ ਵੀ ਕਹੀ ਜਾਂਦੇ ਹਾਲੇ ਵੀ। ਮੈਨੂੰ ਤਾਂ ਲੱਗਦਾ ਨਹੀਂ, ਇਹ ਸਰਮਾਏਦਾਰ ਪੈਸਾ ਇਕੱਠਾ ਕਰਨ ਵਾਲੀਆਂ ਬਹੁਤ ਵੱਡੀਆਂ ਮਗਰਮੱਛ ਹੈਗੇ ਆ ਅੰਦਰ। ਇਹਨਾਂ ਨੇ ਇਹਦਾ ਉਦੋਂ ਨਹੀਂ ਖਰਾਬ ਹੁੰਦਾ ਸੀਗਾ, ਜਲਾਲਤ ਨੂੰ ਹੁੰਦੀ
ਜਦੋਂ ਬਾਹਰ ਵਾਲੇ ਦੇਸ਼ਾਂ ਦੇ, ਇਹ ਕਹਿੰਦੇ ਬਾਹਰੋਂ ਆਉਂਦਾ ਸਾਰਾ ਕੁਝ, ਜਿਹੜਾ ਕਿ ਤੁਹਾਡੇ ਘਰ ਅੰਦਰ ਤੁਸੀਂ ਬਿਠਾਲ ਕੇ ਰੱਖਿਓ ਆ, ਉੱਥੇ ਦੀ ਇੱਕ ਪੱਤਰਕਾਰ ਜਿਹੜੀ ਲੇਡੀ ਆ, ਚਲੋ ਬਾਕੀਆਂ ਨੂੰ ਵੀ ਜਾਂ ਤਾਂ ਉਦਾਂ ਦਾ ਹੋਵੇ, ਉਹ ਸਾਰੇ ਪੰਜਾਬ ਨੂੰ ਚਲਾ ਰਹੀ ਹੋਵੇ, 4.5 ਸਾਲ ਤੱਕ ਤੁਸੀਂ ਬਾਹਰ ਕਿਸੇ ਨੂੰ ਮਿਲਣ ਨਾ ਜਾਵੋ ਲੋਕਡਾਊਨ ਦੇ ਵਿੱਚ। ਸਾਡੇ ਇੱਥੇ ਐਮਪੀ ਆ, ਸਾਡੇ ਜਿਹੜੇ ਲੀਡਰ ਆ, ਪ੍ਰੀਮੀਅਰ ਆ, ਉਹ ਰੋਜ਼ 10 ਵਜੇ ਉੱਠ ਕੇ ਆਪ ਖੜ ਕੇ, ਇੱਕ ਦਿਨ ਵੀ ਛੁੱਟੀ ਨਹੀਂ ਕੀਤੀ ਉਹਨਾਂ ਨੇ। ਸਾਡੇ ਪ੍ਰੀਮੀਅਰ ਆ, ਮੈਲਬਨ ਦਾ ਵੀ, ਇੱਥੇ ਦੀ ਵੀ, ਗਲੈਡੀਜ਼ ਨੇ ਵੀ, ਸਾਰਿਆਂ ਨੇ ਰੋਜ਼ ਏਰੀਆ ਦੇ ਵਿੱਚ ਜਾਣਾ, ਰਿਪੋਰਟ ਲੈਣੀ, ਆਪ ਜ਼ਿੰਮੇਵਾਰੀ ਦੇਣੀ, ਆਪ ਰਿਪੋਰਟ ਪੜ੍ਹਨੀ, ਕਿੰਨੇ ਬੰਦੇ ਅੱਜ ਇਫੈਕਟ ਹੋਇਆ, ਕਿੱਦਾਂ। ਮਤਲਬ ਇਹ ਨਹੀਂ ਤਾਂ ਬੰਦੇ ਨੇ ਕੋਈ ਮਤਲਬ ਇਹਦਾ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਗਿਆ, ਕਿਹੜੇ ਦਾ ਕੋਈ ਐਕਟੀਵਿਟੀ ਕਿਹੜੀ ਕੀਤੀ ਆ। ਇਹ ਤਾਂ ਟੂ ਲੇਟ ਹੋ ਚੁੱਕਾ ਸੀਗਾ। ਹੁਣ ਜਿਹੜਾ ਕੁਝ ਕਰਨ ਜਾ ਰਿਹਾ, ਇਹ ਜਿਹੜਾ ਇਹ ਹੋਰ ਵੀ ਜ਼ੀਰੋ ਹੋਣ ਵਾਲੀ ਗੱਲ ਆ। ਜਿਹੜਾ ਮਾੜਾ ਮੋਟਾ ਨਾਂ ਸੀਗਾ ਉਹ ਵੀ ਬਾਹਰ ਜਿਹੜਾ ਉਹ ਬਦਨਾਮੀ ਹੋਣ ਵਾਲੀ ਗੱਲ ਹੈ ਬਹੁਤ ਜ਼ਿਆਦਾ। ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਪੰਜਾਬ ਦੇ ਲੋਕ ਤਾਂ ਪੁੱਛਣਗੇ ਵੀ 2017 'ਚ ਵਾਅਦੇ ਕੀਤੇ ਸੀ ਤਾਂ ਪੂਰੇ ਨਹੀਂ ਹੋਏ ਹੈਗੇ, ਤੁਸੀਂ ਤਾਂ ਨਿਕਲੇ ਨਹੀਂ ਘਰੋਂ ਚੋਂ ਬਾਹਰ ਜਦੋਂ ਸਾਡੇ ਤੇ ਮੁਸੀਬਤ ਆ ਗਈ ਸੀ। ਜਵਾਬ ਕਰਨਗੇ, ਲੋਕ ਤਿਆਰ ਬੈਠੇ ਨੇ। ਕਰਨੈਲ ਜੀ, ਨਾਲ ਦੀ ਨਾਲ ਇੱਕ ਖਬਰ ਹੋਰ ਹੈ, ਉਹਦੇ ਬਾਰੇ ਵੀ ਬੜੀ ਸਿਆਸੀ ਘਮਾਸਾਨ ਮੱਚਿਆ ਹੋਇਆ। ਸਰਕਾਰ ਵੀ ਇਸ ਮਾਮਲੇ ਦੇ ਵਿੱਚ ਇੱਕ ਦਿਨ ਦਾ ਇਜਲਾਸ ਸੱਦੇਗੀ ਤੇ ਉਹ ਕਾਨੂੰਨ ਨੂੰ ਰੱਦ ਕਰੇਗੀ। ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਥੋਪਿਆ ਪੰਜਾਬ ਤੇ ਵੀ ਜੋ ਬਾਰਡਰ ਏਰੀਆ ਸੀ ਉਸ ਦੇ ਵਿੱਚ ਜਿਹੜਾ BSF ਦਾ ਅਧਿਕਾਰ ਆ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਹੈ। ਕੀ ਲੱਗਦਾ ਤੁਹਾਨੂੰ ਕਿਧਰਲੇ ਪਾਸੇ ਨੂੰ ਜਾ ਰਹੀ ਹੈ ਸਰਕਾਰ? ਲੋਕ ਕਹਿੰਦੇ ਨੇ ਵੀ ਉਹ ਸਮਾਂ ਨਾ ਆ ਜੇ ਪਹਿਲਾਂ ਵਾਲਾ, ਜਦੋਂ ਕਿਸੇ ਵੀ ਸਮੇਂ ਚੱਕ ਕੇ ਲੈ ਜਾਂਦੀ ਦੀਆਂ ਏਜੰਸੀਆਂ ਪੰਜਾਬੀਆਂ ਨੂੰ, ਉਦੋਂ ਜਾਂਚ ਕਰਦੀਆਂ ਹੁੰਦੀਆਂ, ਤੇ ਉਹ ਅੱਤਵਾਦ ਦਾ ਸਮਾਂ ਯਾਦ ਕਰਨ ਲੱਗੇ ਲੋਕ ਵੀ ਕਿਤੇ ਉਧਰਲੇ ਪਾਸੇ ਤਾਂ ਨਹੀਂ ਲੈ ਕੇ ਜਾ ਰਹੇ ਪੰਜਾਬ ਨੂੰ, ਕਿਤੇ ਪੰਜਾਬ ਨੂੰ ਦੁਬਾਰੇ ਖੋਖਲਾ ਤਾਂ ਨਹੀਂ ਬਣਾਉਣ ਜਾ ਰਹੇ ਜੇ ਥੋੜਾ ਮੋਟਾ ਮਾੜਾ ਸਟਰੋਂਗ ਹੋਇਆ ਜਾਂ ਖੜਾ ਹੋਇਆ। ਦੇਖੋ, ਬਹੁਤ ਸਾਰੇ ਦੇਖਣ ਵਾਲੇ ਪੱਤਰਕਾਰ ਉਸ ਵੇਲੇ ਦੇ 84 ਤੋਂ, ਅਸੀਂ ਜਦੋਂ ਕਾਲਜਾਂ 'ਚ ਪੜ੍ਹਦੇ ਸੀ ਉਦੋਂ ਤੋਂ ਲੈ ਕੇ ਤੁਹਾਨੂੰ ਦੇਖਣ ਵਾਲੇ ਹੈਗੇ ਆ ਬਹੁਤ ਸਾਰੇ। ਸਾਬਕਾ ਫੌਜੀ ਵੀ ਹੈਗੇ ਆ, ਹੋਰ ਵੀ ਜਿਹੜੇ ਮਰਜੀਬੜੇ ਵੀ ਹੈਗੇ ਆ, ਬਾਦਲ ਸਾਹਿਬ ਦੇ ਮਰਜੀਬੜੇ ਵੀ ਬਹੁਤ ਭਰਤੀ ਕੀਤੇ ਸੀ, ਉਹ ਵੀ ਹੋਣਗੇ, ਜਿੰਦੇ ਜਾਗਦੇ ਹੋਣਗੇ, ਹਲੇ ਤਾਂ ਹੈਗੇ ਆ, ਉਹਨਾਂ ਨੂੰ ਕੁਝ ਨਹੀਂ ਵਿਗੜਿਆ। ਹੋਰ ਵੀ ਜਿਹੜੀਆਂ ਪਾਰਟੀਆਂ ਦੇ ਵੀ, ਜਿਨ੍ਹਾਂ ਨੇ ਕੈਪਟਨ ਦੇ ਵੀ ਉਦੋਂ ਉਹ ਨਾਲ ਹੀ ਸੀਗਾ, ਇਹ ਜਦੋਂ ਜਾ ਕੇ, ਹੁਣ ਵੀ ਇਦਾਂ ਹੀ ਆ, ਜਦੋਂ ਇਹ ਜਾ ਕੇ ਮਿਲਦੇ ਆ ਉੱਥੇ ਆਪ ਹੀ ਜਾ ਕੇ ਕਨਸੋਆਂ ਦਿੰਦੇ ਆ, ਉੱਥੇ ਇਦਾਂ ਦੀਆਂ ਇਹੀ ਕਰਵਾਉਂਦੇ ਆ ਆਪਣੇ 2-4 ਪਰਿਵਾਰਾਂ ਦੀ ਜਿੱਦ ਲਈ। ਹੁਣ ਚਾਹੇ ਸਿੱਧੂ ਦੇ ਨਾਲ ਇਹਦੀ ਜਿੱਦ ਸੀ ਜਾਂ ਕੁਛ ਸੀ ਕਿ ਮੈਂ ਆਪਣੀ ਜਾ ਕੇ ਦਿਖਾਵਾਂ, ਇਹ ਮੌਕਾ ਦਿੰਦੇ ਆ। ਫਿਰ ਅਸੀਂ ਕੇਂਦਰ ਸਰਕਾਰਾਂ ਨੂੰ ਬਦਨਾਮ ਕਰਦੇ ਆ, ਬਦਨਾਮ ਜਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ, ਇਹ ਉਹਦੇ ਉੱਤੇ ਛੱਡ ਦਿੰਦੇ ਕੇਂਦਰ ਸਰਕਾਰਾਂ ਤੇ ਜਾ ਕੇ। ਇਹਨਾਂ ਨੇ ਆਪ ਮੰਗ ਕਰਨੀ ਆ, ਇੱਥੇ ਡਰੋਨ ਆਉਂਦੇ ਆ, ਵੱਡਾ ਡਰੋਨ ਤਾਂ ਇਹਦੇ ਘਰ ਬੈਠਾ ਆ, ਉਹ ਕਿਸੇ ਨੂੰ ਦਿਸਦਾ ਹੀ ਨਹੀਂ। ਜਿਹੜੇ ਸਾਰੇ ਡਰੋਨ ਚਲਾਉਂਦਾ ਹੋਵੇ, ਰਿਮੋਟ ਨਾਲ ਡਰੋਨ ਚਲਾਉਂਦਾ, ਅਗਲੇ ਤਾਂ ਘਰ ਬੈਠਾ ਆ ਕੇ ਸਾਰੀ ਦੁਨੀਆ ਨੂੰ ਪਤਾ ਇਸ ਗੱਲ ਦਾ, ਤੇ ਉਹ ਡਰੋਨ ਤਾਂ ਸਾਂਭ ਨਹੀਂ ਹੋ ਰਿਹਾ ਜਿਹੜਾ ਇਹ ਆਪ ਚਲਾ ਰਿਹਾ। ਸੋ ਸਾਰਾ ਮੈਂ ਤਾਂ ਬਲੇਮ ਇਹਦੇ ਸਿਰ ਤੇ, ਇਹਨਾਂ ਦੇ ਸਿਰ ਤੇ ਦਊਂਗਾ। ਇਹ ਆਪ ਹੀ ਜਾ ਕੇ ਮੰਗ ਕਰਦੇ ਆ, ਉੱਥੇ ਹੁਣ ਆਹ ਹੋ ਗਿਆ, ਏਦਾਂ ਹੋ ਗਿਆ, ਇੱਕ ਹਊਆ ਖੜਾ ਕਰ ਦੇਣਾ ਲੋਕਾਂ ਲਈ। ਤੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨੂੰ ਜਾਂ ਕਹਿ ਲਓ ਖੇਲੋ ਨਾ ਖੇਲਣ ਵਾਲੀ ਗੱਲ, ਪੰਜਾਬੀਆਂ ਦੇ ਨਾਲ ਹਰੇਕ ਤਰ੍ਹਾਂ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ, ਬੇਰੁਜ਼ਗਾਰੀ, ਸਾਰੇ ਕਿਸੇ ਨਾਲ ਧੱਕਾ ਹੋ ਰਿਹਾ। ਉਸ ਮੁੱਦਿਆਂ ਤੇ ਕਦੇ ਇਹਨੇ ਗੱਲ ਕਰਨ ਦੀ ਆ ਵੀ ਮੈਂ ਆ ਤੁਹਾਡੇ ਲਈ ਇੰਨੀਆਂ ਜੌਬਸ ਲੈ ਆਇਆ, ਮੈਂ ਇੰਨੇ ਬੇਰੁਜ਼ਗਾਰਾਂ ਲਈ ਇੰਨੇ ਭੱਤੇ ਲੈ ਆਇਆ, ਉਹ ਗੱਲਾਂ ਹੀ ਨਹੀਂ ਕਿਸੇ ਨੇ ਜਾ ਕੇ ਕੀਤੀਆਂ। ਇਹ ਆਪਣੀ ਪੋਲਿਟਿਕਸ ਨੂੰ ਤੂੜ ਦੇਣ ਦੀ ਖਾਤਰ, ਦੂਜੇ ਬੰਦੇ ਨੂੰ ਥੱਲੇ ਲਾਉਣ ਦੀ ਖਾਤਰ ਸਾਰੇ ਪੰਜਾਬ ਦੇ ਨਾਲ ਸੱਤਿਆਨਾਸ਼ ਕਰਨ ਜਾ ਰਹੇ ਆ। ਸਾਰਾ ਯੂਥ ਵੀ, ਬਿਜ਼ਨਸਮੈਨ ਵੀ, ਮਲਟੀਪਲ ਐਪਲੀਕੇਸ਼ਨਸ ਕੈਨੇਡਾ, ਅਮਰੀਕਾ ਨੂੰ ਲਾਈ ਜਾ ਰਹੇ ਆ। ਇੱਥੇ ਆ ਕੇ ਉਹਨਾਂ ਨੂੰ ਇੰਨੀਆਂ ਆਪਸ਼ਨ ਮਿਲਦੀਆਂ, ਜੇ ਉਹ ਕਿਸੇ ਐਗਰੀਕਲਚਰ ਕੀਤੇ 'ਚ ਵੀ ਉੱਥੇ ਦੀ ਕਰੀਮ ਆਉਂਦੀ ਆ। ਸਾਡੇ ਇੱਥੇ ਬਹੁਤ ਭਾਈਚਾਰਾ ਐਗਰੀਕਲਚਰ ਦੇ ਸਕਾਲਰ, ਬਹੁਤ ਪੜ੍ਹੇ ਲਿਖੇ ਬੰਦੇ ਪੁਰਾਣੇ ਆ ਚੁੱਕੇ ਆ, ਜਿਨ੍ਹਾਂ ਨੂੰ ਕੋਈ ਇੰਨੀਆਂ ਆਪਸ਼ਨ ਮਿਲਦੀਆਂ ਆ ਕਿ ਉਹ ਛੱਡ ਕੇ ਵੀ, ਜਿਹੜੇ ਕਿਸਾਨੀ ਕੀਤੇ ਦੇ ਨਾਲ ਧੱਕਾ ਹੁੰਦਾ ਸਰਮਾਏਦਾਰਾਂ ਨਾਲ, ਉੱਤੇ ਵੀ ਤੇ ਇੱਧਰ ਵੀ ਹੋਇਆ ਇਹ ਲਾਅ ਦੇ ਅਨੁਸਾਰ, ਉਹ ਫਿਰ ਕੋਈ ਬੱਸ ਚਲਾਉਂਦਾ ਆ, ਕੋਈ ਟੈਕਸੀ ਵੀ ਚਲਾਉਂਦਾ, ਕੋਈ ਚਿੱਟ ਕਰ ਰਹੀਆਂ ਜੌਬਾਂ ਕਰਦਾ, ਬਹੁਤ ਸਾਰੀਆਂ ਆਪਸ਼ਨ ਮਿਲਦੀਆਂ ਆ। ਸੋ ਇਹ ਸਾਂਭਦੇ ਨਹੀਂ ਹੈਗੇ। ਇਹ ਕਹਿੰਦੇ ਆ ਡਰੋਨ ਆਉਂਦੇ, ਇਹ ਡਰੋਨ ਜਿਹੜੇ ਤੁਹਾਡੇ ਬਾਹਰ ਜਾਈ ਜਾਂਦੇ, ਬਣੇ ਬੱਚੇ ਪਲੇ ਪਲਾਏ, ਤੁਹਾਡੇ ਕਰੀਮ ਤੁਹਾਡੇ ਘਰਾਂ ਦੀ, ਇਹਨਾਂ ਨੂੰ ਤਾਂ ਤੁਸੀਂ ਸਾਂਭ ਲਓ। ਤੁਸੀਂ ਉੱਥੇ ਜਾ ਗੱਲ, ਇਹ ਬਹੁਤ ਲੰਬਾ ਟਾਪ ਹੋ ਜਾਣਾ ਭਾਜੀ, ਤੁਸੀਂ ਇਹ ਕੁਐਸਚਨ ਲੰਬਾ ਛੇੜਦਾ। ਇਹ ਬੰਦਿਆਂ ਦੀਆਂ ਗਲਤੀਆਂ ਹੀ ਆ, ਕੈਪਟਨ ਵਰਗੇ ਬੰਦਿਆਂ ਦੀਆਂ ਗਲਤੀਆਂ ਭੁਗਤ ਰਹੇ ਆ ਜੀ। ਕਰਨੈਲ ਜੀ, ਇਸ ਤੋਂ ਇਲਾਵਾ ਸਕਿੱਲ ਦੀ ਬੜੀ ਸ਼ਾਰਟਸ ਰਹਿੰਦੀ ਹੈ, ਚਾਹੇ ਹਜ਼ਾਰਾਂ ਲੋਕ ਹਰ ਸਾਲ ਬਾਹਰਲੇ ਮੁਲਕਾਂ 'ਚ ਜਾਂਦੇ ਨੇ। ਆਸਟ੍ਰੇਲੀਆ ਵਿੱਚ ਹੁਣ ਵੀ ਕਮੀ ਪਾਈ ਜਾ ਰਹੀ ਹੈ, ਉੱਥੇ ਵੀ ਚਾਹੀਦੇ ਨੇ ਹੁਣ ਨਵੇਂ ਨੌਜਵਾਨ ਚਾਹੀਦੇ ਨੇ। ਕਿਉਂ ਕਮੀ ਰਹਿ ਜਾਂਦੀ ਹੈ? ਕਿਉਂ ਹਰ ਵਾਰ ਕਹਿੰਦੇ ਨੇ ਵੀ ਇੰਨੀ ਸ਼ਾਰਟਸ ਹੋਊਗੀ? ਤੁਸੀਂ ਇਹ ਕੁਲਦੀਪ ਜੀ ਬਹੁਤ ਵਧੀਆ ਕੁਐਸਚਨ ਕੀਤਾ। ਪੰਜਾਬੋਂ ਸਾਡੇ ਜਿੰਨੇ ਬਾਹਰ ਵੀ ਹੋਰ ਕਿਤੇ ਇਹ ਕੁਐਸਚਨ ਘੱਟ ਹੀ ਕਰਦੇ ਆ। ਇਹ ਬੜਾ ਚਿੰਤਾਜਨਕ ਵਿਸ਼ਾ ਆ। ਇਹਦੇ ਨਾਲ ਇਹ ਹੁੰਦਾ ਵੀ ਜਿੱਦਾਂ ਹੁਣ ਸ਼ੈਫ ਆਉਂਦਾ, 20,000 ਸ਼ੈਫ ਚਾਹੀਦਾ, ਉਹ PR ਲੈ ਕੇ ਤਾਂ ਹੋਰ ਕਿਸੇ ਧੰਦੇ ਦੇ ਵਿੱਚ ਚਲ ਜਾਂਦੇ ਆ। ਜਿੱਦਾਂ ਹੁਣ ਕੋਈ ਗਵਰਨਮੈਂਟ ਜੌਬ ਕਰਨ ਲੱਗ ਪਿਆ, ਬੈਂਕ 'ਚ ਵੀ ਲੱਗ ਸਕਦਾ, ਕਿਉਂਕਿ ਇੱਧਰ ਸ਼ਾਰਟੇਜ ਆਪਸ਼ਨ ਬਹੁਤ ਜੌਬਸ ਦੀ,
ਆਪਸ਼ਨ ਗਵਰਨਮੈਂਟ ਬਹੁਤ ਦਿੰਦੀ ਆ, ਬਹੁਤ ਕਦਰ ਆ ਬੰਦੇ ਦੀ, EMPLOYEES ਦੀ ਬਹੁਤ ਕਦਰ ਆ। ਹਰੇਕ EMPLOYEES ਨੂੰ ਉਹਦੇ ਬੈਨੀਫਿਟ, ਉਹਦੇ 1.5 ਡਬਲ ਮਨੀ, ਸੈਚਰਡੇ ਦੇ ਵੱਖਰੇ ਰੇਟ, ਸਾਰਾ ਕੁਝ ਇਦਾਂ ਮਿਲਦਾ। ਬਹੁਤ ਸਾਰੇ ਸਾਡੇ ਟ੍ਰੇਨ ਗਾਰਡ ਆ ਇੱਥੇ ਪੜ੍ਹੇ ਲਿਖੇ, ਇੰਨਾ ਵਧੀਆ ਸਿਸਟਮ ਚਲਾਉਂਦੇ ਆ। ਇਹ ਕੰਟਰੀ ਕਹਿੰਦੇ ਆ ਵੀ ਸਿੱਖਾਂ ਨੂੰ ਹੋਰ ਖੁੱਲ੍ਹ ਦਿਓ, ਪੰਜਾਬੀਆਂ ਨੂੰ ਹੋਰ ਖੁੱਲ੍ਹ ਦਿਓ, ਉਹ ਖੇਤੀ ਬਹੁਤ ਵਧੀਆ ਕਰਦੀ ਆ। ਸਾਡੇ ਇੱਥੇ ਬੌਬ ਕੈਟਰ ਆ, ਮੈਂ ਨਾਂ ਵੀ ਲੈਂਦਾ, ਮੈਂ ਮਿਲ ਚੁੱਕਾ ਉਹਨਾਂ ਨੂੰ। ਉਹ ਕਹਿੰਦੇ ਵੀ ਇਹਨਾਂ ਨੂੰ ਸਪੈਸ਼ਲ ਖੋਲ ਦਿਓ ਮਾਈਗ੍ਰੇਸ਼ਨ ਸਾਰੀ, ਪੰਜਾਬ ਲੈ ਆਓ ਇੱਥੇ ਸਾਰਾ। ਸੋ ਗੱਲ ਤਾਂ ਸਾਡੇ ਬੰਦਿਆਂ ਨੂੰ ਚਾਹੀਦਾ, ਸਾਡੀਆਂ ਗਵਰਨਮੈਂਟਾਂ ਨੂੰ ਚਾਹੀਦਾ ਵੀ ਪੰਜਾਬ 'ਚ ਉਜਾੜਾ, ਜੇ ਬਾਹਰ ਇੰਨੀ ਇਹਨਾਂ ਦੀ ਕਦਰ ਆ, ਆਪਾਂ ਅੱਗੇ ਵੀ ਕਰਦੇ ਆ, ਇਹਨਾਂ ਨੂੰ ਸਾਂਭਿਆ ਜਾਵੇ। ਜਦ ਕਿ ਬਾਹਰ ਆ ਕੇ ਐਗਰੀਕਲਚਰ ਵਾਲੇ ਹੁਣ ਵਿਜੇ ਬਹੁਤ ਖੁੱਲ੍ਹਣੇ ਇੱਥੇ ਦੇ, ਬਹੁਤ ਛੇਤੀ ਰੈਪਿਡਲੀ ਉਹਦੇ ਵਿੱਚ ਆ ਰਿਹਾ, ਪਰ ਉਹ ਉੱਥੇ ਰਹਿੰਦੇ ਨਹੀਂ। ਹੁਣ ਇਹ ਗਵਰਨਮੈਂਟਾਂ ਚਾਹੁੰਦੀਆਂ ਉੱਥੇ ਉਹ ਰਹਿਣ ਵੀ 7-8 ਸਾਲ, ਤੇ ਉਹ 4 ਸਾਲ ਵੱਧ ਤੋਂ ਵੱਧ ਤੇ ਉਹ ਇੱਥੇ ਹੀ ਰਹਿ ਜਾਂਦੇ ਆ। ਪੰਜਾਬ 'ਚ ਉਜਾੜਾ ਹੋ ਰਿਹਾ, ਤੇ ਇਹ ਇਹਨਾਂ ਨੂੰ ਇਹਨਾਂ ਗੱਲਾਂ ਦੇ ਧਿਆਨ ਹੀ ਹੈ ਨਹੀਂ ਵੀ ਅਸੀਂ ਆਪਣੀ ਸਕਿੱਲ ਨੂੰ ਸਾਂਭੇ ਲਈਏ, ਲਿਆਣੀ ਤਾਂ ਇੱਕ ਪਾਸੇ ਲਈ, ਇਹ ਸਾਰੀ ਦੁਨੀਆ ਨੂੰ ਚਲਾ ਸਕਦੇ ਆ ਇੰਡੀਅਨ ਪੰਜਾਬੀ ਸਾਰੇ, ਵੀ ਇਹ ਕਿਉਂ ਨਹੀਂ ਇੱਥੇ ਹੋ ਰਿਹਾ। ਸਿਰਫ 2-4 ਅਡਾਨੀ ਅਤੇ ਏਦਾਂ ਦੇ ਬੰਦੇ ਜਿਹੜੇ ਆ, ਉਹੀ ਇਕੱਲਾ ਪ੍ਰੋਫਿਟ ਲੈ ਜਾਣ, ਸਾਰੇ ਦੇਸ਼ ਨੂੰ ਚਲਾਉਣ। ਇਨ ਦਾ ਫਿਊਚਰ ਉਹ ਜੋ ਕਹਿਣਗੇ ਡਿਕਟੇਟਰਸ਼ਿਪ ਚੱਲੂਗੀ। ਇਹ ਜਿਹੜਾ ਟ੍ਰੈਂਡ ਆ, ਲੋਕਾਂ ਨੂੰ ਘਰ ਘਰ ਸੋਚਣਾ ਪੈਣਾ, ਆਪਣੇ ਘਰ ਤੋਂ ਹੀ ਸੋਚੋ। ਏਦਾਂ ਦੀ ਸਕਿੱਲ ਲਓ ਵੀ ਜੇ ਤੁਸੀਂ ਇੱਥੇ ਜਾ ਕੇ ਵੀ, ਪੰਜਾਬ 'ਚ ਵੀ, ਇੰਡੀਆ ਜਾ ਕੇ ਵੀ ਉਸ ਤਕਨੀਕ ਨੂੰ ਅਪਣਾ ਕੇ ਆਪਣੇ ਉੱਥੇ ਦੇ ਰੁਜ਼ਗਾਰ 'ਚ ਆਪਣੀ ਆਜ਼ਾਦੀ ਤੁਸੀਂ ਮਾਣ ਸਕੋ। ਜੀ ਬਹੁਤ ਬਹੁਤ ਧੰਨਵਾਦ ਜੀ ਆਸਟ੍ਰੇਲੀਆ ਡਾਇਰੀ ਵਿੱਚ ਜੁੜਨ ਲਈ ਤੁਹਾਡਾ। ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਦਾ। ਅਸੀਂ ਫੇਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦੇ ਸਾਰਿਆਂ ਨੂੰ। ਆਪਣੀ ਸੇਫਟੀ ਦਾ ਧਿਆਨ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਕਰਨੈਲ ਸਿੰਘ ਜੋ ਆਸਟ੍ਰੇਲੀਆ ਤੋਂ ਸਾਡੇ ਨਾਲ ਸਿੱਧਾ ਲਾਈਵ ਜੁੜੇ ਸੀ। ਹਰ ਮੁੱਦੇ ਤੇ ਇਹਨਾਂ ਨੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਆ। ਫਿਲਹਾਲ ਕਈ ਮੁੱਦੇ ਗਰਮਾਏ ਹੋਏ ਨੇ, ਚਾਹੇ ਉਹ BSF ਦਾ ਮਾਮਲਾ ਹੋਵੇ, ਇਸ ਦੇ ਕਰਕੇ ਵੀ ਪੰਜਾਬੀ ਭਾਈਚਾਰਾ ਚਿੰਤਤ ਹੈ। ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ, ਉਹ ਕਹਿੰਦੇ ਵੀ 4.5 ਸਾਲ ਤਾਂ ਪਹਿਲਾਂ ਕੰਮ ਕੀਤਾ ਨਹੀਂ ਹੈਗਾ, ਹੁਣ ਕਿੱਥੋਂ ਪੰਜਾਬੀ ਉਹਨਾਂ 'ਤੇ ਯਕੀਨ ਕਰਨਗੇ। ਨਾਲ ਦੀ ਨਾਲ ਜੋ ਬੁਰਜਬਾਰ ਸਿੰਘ ਵਾਲਾ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਆ, ਉਹਨਾਂ ਬਾਰੇ ਵੀ ਇਹਨਾਂ ਨੇ ਕਿਹਾ ਕਿ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਜਦੋਂ ਤੱਕ ਫਾਈਨਲ ਫੈਸਲਾ ਨਹੀਂ ਆਉਂਦਾ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਧੰਨਵਾਦ।